स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਈਆਈ ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਚੰਡੀਗੜ੍ਹ ਪੰਜਾਬ ਦਾ ਪੂਰਾ ਚੰਡੀਗੜ੍ਹ ਤੇ ਹੱਕ ਹੈ। ਇਹ ਅਕਸਰ ਹੀ ਅਸੀਂ ਨਾਰਾ ਮਾਰਦੇ ਵੀ ਹਾਂ, ਸਿਆਸੀ ਪਾਰਟੀਆਂ ਵੀ ਨਾਰੇ ਮਾਰਦੀਆਂ ਨੇ, ਪਰ ਅਸਲ ਦੇ ਵਿੱਚ ਕੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈਗਾ ਕਿ ਨਹੀਂ ਹੈਗਾ? ਜਦੋਂ ਗਾਹੇ ਬਗਾਹੇ ਅਜਿਹੇ ਕੋਈ ਫੈਸਲੇ ਆਉਂਦੇ ਨੇ ਤਾਂ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਸਿਰਫ ਨਾਰਿਆਂ ਤੱਕ ਹੀ ਸੀਮਤ ਹੈ ਕਿ ਚੰਡੀਗੜ੍ਹ ਪੰਜਾਬ ਦਾ ਕਿ ਵਾਕਈ ਏਕਾਧਿਕਾਰ ਹੈ ਕਿ ਨਹੀਂ ਹੈ। ਇਸ ਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ। ਹਾਲ ਹੀ ਦੇ ਵਿੱਚ ਇੱਕ ਨਵਾਂ ਫਰਮਾਨ ਜਾਰੀ ਹੋਇਆ ਕੇਂਦਰ ਸਰਕਾਰ ਵੱਲੋਂ, ਜੋ ਫੈਸਲਾ ਇਹ ਕਰਦਾ ਹੈ, ਬੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਕਿ ਇਹ ਫੈਸਲਾ ਇਹ ਕਰਦਾ ਹੈ ਕਿ ਹੁਣ ਹੌਲੀ ਹੌਲੀ ਚੰਡੀਗੜ੍ਹ ਜਿਹੜਾ ਹੈਗਾ ਪੰਜਾਬ ਦੇ ਹੱਥੋਂ ਖਿਸਕ ਰਿਹਾ। ਹੌਲੀ ਹੌਲੀ ਚੰਡੀਗੜ੍ਹ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਪੂਰੀ ਤਰ੍ਹਾਂ ਅਧੀਨ ਹੋ ਰਿਹਾ ਔਰ ਅਧਿਕਾਰ ਖੇਤਰ ਜਿਹੜਾ ਪੰਜਾਬ ਦਾ ਲਗਾਤਾਰ ਘਟਾਇਆ ਜਾ ਰਿਹਾ। ਅਮਿਤ ਸ਼ਾਹ ਕੱਲ ਆਏ ਸੀਗੇ ਚੰਡੀਗੜ੍ਹ ਦੇ ਵਿੱਚ, ਜਿੱਥੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਮੁਲਾਜ਼ਮ ਨੇ ਚੰਡੀਗੜ੍ਹ ਦੇ, ਜਿਹੜੇ ਮੁਲਾਜ਼ਮ ਨੇ ਉਹ ਸੈਂਟਰ ਦੇ ਅਧੀਨ ਆ ਸਕਦੇ ਨੇ। ਇੱਕ ਇੱਕ ਕਰਕੇ ਗ੍ਰਾਫਿਕ ਦੇ ਜ਼ਰੀਏ ਪਹਿਲੇ ਤੁਹਾਨੂੰ ਮੁੱਦਾ ਸਮਝਾਉਂਦੇ ਆ, ਇਸ ਮੁੱਦੇ ਦਾ ਵਿਰੋਧ ਕਿਉਂ ਹੋ ਰਿਹਾ ਉਹ ਵੀ ਤੁਹਾਨੂੰ ਸਮਝਾਉਂਦੇ ਆ। ਦਰਅਸਲ ਮੁੱਦਾ ਬਹੁਤ ਵੱਡਾ ਤੇ ਗੰਭੀਰ ਮਸਲਾ ਹੈਗਾ। ਪੂਰਾ ਮਾਮਲਾ ਕੀ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਂਦੇ ਆ। ਚੰਡੀਗੜ੍ਹ ਦੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਉੱਤੇ ਕੇਂਦਰੀ ਸਿਵਲ ਨਿਯਮ ਲਾਗੂ ਕਰਨ ਦਾ ਮੋਦੀ ਸਰਕਾਰ ਦਾ ਫੈਸਲਾ ਹੋ ਚੁੱਕਾ ਹੈ। ਇਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵੱਧ ਕੇ 60 ਸਾਲ ਹੋ ਜਾਏਗੀ। ਫਰਕ ਕੀ ਪਏਗਾ ਉਹ ਸਮਝਾ ਦਿੰਦੇ ਆ। ਸਿੱਖਿਆ ਖੇਤਰ ਨਾਲ ਜੁੜੇ ਸਾਰੇ ਅਧਿਆਪਕਾਂ, ਪ੍ਰੋਫੈਸਰਾਂ ਜਾਂ ਹੋਰ ਸਟਾਫ ਦੀ ਸੇਵਾ ਮੁਕਤੀ ਦੀ ਉਮਰ 65 ਸਾਲ ਹੋ ਜਾਏਗੀ। ਸਿੱਖਿਆ ਖੇਤਰ ਨਾਲ ਜੁੜੇ ਹੋਏ ਮੁਲਾਜ਼ਮਾਂ ਨੂੰ ਬਾਲ ਸਿੱਖਿਆ ਭੱਤਾ ਵੀ ਦਿੱਤਾ ਜਾਏਗਾ, ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਹਿਲਾ ਮੁਲਾਜ਼ਮਾਂ ਨੂੰ ਨਵਜਨਮੇ ਬੱਚੇ ਦੀ ਦੇਖਭਾਲ ਦੇ ਲਈ ਮਿਲਣ ਵਾਲੀ 1 ਸਾਲ ਦੀ ਛੁੱਟੀ ਵੀ 2 ਸਾਲਾਂ ਦੀ ਹੋ ਜਾਏਗੀ। ਇਹ ਸੈਂਟਰ ਦੇ ਪ੍ਰੋਵੀਜ਼ਨ ਦੇ ਵਿੱਚ ਹੈਗਾ ਔਰ ਭਾਜਪਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਜਿਹਾ ਕੀਤੇ ਜਾਣ ਦੀ ਮੰਗ ਚੰਡੀਗੜ੍ਹ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕੀਤਾ ਗਿਆ। ਔਰ ਇਹ ਮੰਗ ਜਿਹੜੀ ਹੈ ਇਹ ਬਹੁਤ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਕਿ ਇਹ ਕੀਤੀ ਜਾ ਰਹੀ ਸੀ, ਜਿਸ ਨੂੰ ਸੈਂਟਰ ਗਵਰਨਮੈਂਟ ਨੇ ਪ੍ਰਵਾਨ ਕਰ ਲਿਆ। ਇਹ ਮੰਗ ਪ੍ਰਵਾਨ ਹੋ ਗਈ ਹੈ। ਹੁਣ ਤੁਹਾਨੂੰ ਸਮਝਾਉਂਦੇ ਹਾਂ ਕਿ ਇਸ ਦਾ ਵਿਰੋਧ ਕਿਉਂ ਹੋ ਰਿਹਾ। ਕੁਝ ਪੋਲੀਟੀਕਲ ਪਾਰਟੀਆਂ, ਕੁਝ ਜਥੇਬੰਦੀਆਂ ਇਸ ਦਾ ਵਿਰੋਧ ਕਿਉਂ ਕਰ ਰਹੀਆਂ ਨੇ ਉਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਮਝਾ ਦਿੰਦੇ ਹਾਂ। ਵਿਰੋਧੀ ਪਾਰਟੀਆਂ ਇਸ ਨੂੰ ਪੰਜਾਬ ਪੁਨਰਗਠਨ ਐਕਟ 1966 ਦੀ ਉਲੰਘਣਾ ਦੱਸ ਰਹੀਆਂ ਨੇ। ਨਾਲ ਹੀ ਇਹ ਵੀ ਕਹਿ ਰਹੀਆਂ ਨੇ ਕਿ ਇਸ ਐਕਟ ਦੇ ਤਹਿਤ ਹੀ ਪੰਜਾਬ ਦੀ ਵੰਡ ਹੋਈ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਦੇ ਵਿੱਚ ਆਏ ਸੀ। ਪੰਜਾਬ ਹਰਿਆਣਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸਾਂਝੀ ਰਾਜਧਾਨੀ ਚੰਡੀਗੜ੍ਹ ਮਿਲੀ ਸੀ ਔਰ ਇਸ ਦੇ ਨਾਲ ਹੀ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਦੇ ਲਈ 60-40 ਦਾ ਅਨੁਪਾਤ ਤੈਅ ਕੀਤਾ ਗਿਆ ਹੈ, ਜੋ ਕਿ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਤੇ ਕੇਂਦਰੀ ਨਿਯਮ ਲਾਗੂ ਹੋਣ ਨਾਲ ਪੰਜਾਬ ਦਾ ਚੰਡੀਗੜ੍ਹ ਤੇ ਅਧਿਕਾਰ ਖੇਤਰ ਹੈ ਜਿਹੜਾ ਉਹ ਘਟ ਜਾਵੇਗਾ। ਇੱਥੋਂ ਤੱਕ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੌਲੀ ਹੌਲੀ ਚੰਡੀਗੜ੍ਹ ਦੇ ਵਿੱਚ ਜਿੰਨੀਆਂ ਉੱਚ ਪੋਸਟਾਂ ਨੇ, ਉੱਥੇ ਜਿਹੜੇ ਮੁਲਾਜ਼ਮ ਨੇ, ਉੱਥੇ ਜਿਹੜੇ ਅਫਸਰ ਨੇ, ਉਹ ਬਾਹਰੋਂ ਲਿਆ ਕੇ ਤੈਨਾਤ ਕੀਤੇ ਜਾਣਗੇ ਔਰ ਹੌਲੀ ਹੌਲੀ ਪੰਜਾਬ ਦੀ ਅਧਿਕਾਰ ਖੇਤਰ ਹੈ ਜਿਹੜਾ ਉਹ ਸੁੰਗੜ ਜਾਏਗਾ ਜਾਂ ਖਤਮ ਕਰ ਦਿੱਤਾ ਜਾਏਗਾ। ਇਹ ਖਦਸ਼ਾ ਜਿਹੜਾ ਇਹ ਕੁਝ ਪੋਲੀਟੀਕਲ ਪਾਰਟੀਆਂ ਤੇ ਕੁਝ ਜਥੇਬੰਦੀਆਂ ਕਰ ਰਹੀਆਂ ਨੇ। ਸਾਡੇ ਨਾਲ ਇੱਕ ਖਾਸ ਪੈਨਲ ਮੌਜੂਦ ਹੈ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਅੱਜ ਥੋੜਾ ਵੱਡਾ ਪੈਨਲ ਹੈ ਕਿਉਂਕਿ ਮੁੱਦਾ ਬੜਾ ਗੰਭੀਰ ਹੈ। ਜੇ ਭਾਜਪਾ ਦੀ ਸਮਝੀਏ ਤਾਂ ਕਹਿੰਦੇ ਕਿ ਮੁੱਦਾ ਹੈ ਹੀ ਨਹੀਂ ਹੈ, ਇਹ ਮੁੱਦਾ ਜਾਣ ਬੁੱਝ ਕੇ ਖੜਾ ਕੀਤਾ ਜਾ ਰਿਹਾ। ਜਦੋਂ ਪੋਲੀਟੀਕਲ ਪਾਰਟੀਆਂ ਦੀ ਗੱਲ ਸੁਣਦੇ ਆ, ਖੇਤਰੀ ਪਾਰਟੀਆਂ ਦੀ ਗੱਲ ਸੁਣਦੇ ਹੋ, ਤੁਹਾਨੂੰ ਲੱਗਦਾ ਕਿ ਇਹ ਮੁੱਦਾ ਬਹੁਤ ਵੱਡਾ ਹੈਗਾ। ਆਮ ਆਦਮੀ ਪਾਰਟੀ ਨੇ ਵੀ ਦਾਅਵਾ ਕੀਤਾ ਕਿ ਇਸ ਦੇ ਖਿਲਾਫ ਪ੍ਰੋਟੈਸਟ ਕੀਤਾ ਜਾਏਗਾ। ਇਹ ਸਰਾਸਰ ਧੋਖਾ ਹੈਗਾ ਪੰਜਾਬ ਦੇ ਨਾਲ, ਅਧਿਕਾਰ ਖੇਤਰਾਂ ਤੇ ਡਾਕਾ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਗੱਲ ਕਹੀ ਔਰ ਕਾਂਗਰਸ ਨੇ ਵੀ। ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦੇਣਾ। ਸਾਡੇ ਨਾਲ ਮੌਜੂਦ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ, ਰੋਬਿਨਦੀਪ ਸਿੰਘ ਭੁੱਲਰ ਬੁਲਾਰ ਨੇ ਪੰਜਾਬ ਕਾਂਗਰਸ ਦੇ, ਵਿਜੇ ਕੇ ਮੋਰੀਆ ਕੋਰ ਕਮੇਟੀ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ, ਜੈਬੰਤ ਸਿੰਘ ਜੀ ਬੁਲਾਰ ਨੇ ਪੰਜਾਬ ਬੀਜੇਪੀ ਦੇ, ਸੁਖਚੈਨ ਖਹਿਰਾ ਸਾਹਿਬ ਪ੍ਰਧਾਨ ਨੇ ਪੰਜਾਬ ਸਿਵਲ ਸਕੱਤਰ ਸਟਾਫ ਐਸੋਸੀਏਸ਼ਨ ਦੇ ਔਰ ਅਜੀਤ ਸਿੰਘ ਸਾਬਕਾ ਚੇਅਰਮੈਨ ਨੇ, ਚੇਅਰਮੈਨ ਆਫ ਕੋਆਰਡੀਨੇਸ਼ਨ ਕਮੇਟੀ ਐਂਡ EMPLOYEES ਚੰਡੀਗੜ੍ਹ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੁੱਦਾ ਬਹੁਤ ਵੱਡਾ ਹੈਗਾ। ਸਭ ਤੋਂ ਪਹਿਲਾਂ ਮੈਂ ਅਜੀਤ ਸਿੰਘ ਤੁਹਾਡੇ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਇਹ ਮੁੱਦਾ ਮੁਲਾਜ਼ਮਾਂ ਦੇ ਨਾਲ ਜੁੜਿਆ ਹੋਇਆ, ਮੁਲਾਜ਼ਮਾਂ ਤੋਂ ਬਾਅਦ ਪੰਜਾਬ ਦੇ ਅਧਿਕਾਰ ਖੇਤਰ ਦੇ ਨਾਲ ਜੁੜਿਆ ਹੋਇਆ, ਸੰਘੀ ਢਾਂਚੇ ਨਾਲ ਜੁੜਿਆ ਹੋਇਆ। ਜੋ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਕਿ ਵਾਕਈ ਅਜਿਹੀ ਕੋਈ ਮੁਲਾਜ਼ਮਾਂ ਦੀ ਮੰਗ ਸੀ, ਕਹਿੰਦੇ ਚਿਰੋਕਣੀ ਮੰਗ ਸੀ, ਹੁਣ ਦੀ ਨਹੀਂ, ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ ਤੁਸੀਂ ਆਪਣੇ ਅਧੀਨ ਲੈ ਲਓ। ਹਰਪ੍ਰੀਤ ਸਿੰਘ ਜੀ, ਇਹ ਮਸਲਾ ਜਿਹੜਾ ਹੈ ਇਹ ਬਹੁਤ ਚਿਰ ਤੋਂ ਇਹਨੂੰ ਪੋਲੀਟੀਸਾਈਜ਼ ਕੀਤਾ ਜਾਂਦਾ ਰਿਹਾ। ਐਜ਼ ਪਰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜੀ ਸਾਨੂੰ ਜਿਹੜੇ ਆ ਨੇਬਰਿੰਗ ਸਟੇਟਸ ਤੇ ਕੰਡੀਸ਼ਨ ਆਫ ਸਰਵਿਸ ਜਿਹੜੀ ਹੈ, ਸਿਵਲ ਸਰਵਿਸ ਦੇ ਜਿਹੜੇ ਰੂਲਸ ਨੇ ਉਹ ਸੈਂਟਰ ਦੇ ਲੱਗਣੇ ਚਾਹੀਦੇ ਆ। ਠੀਕ ਹੈ। EMPLOYEES ਨੂੰ ਇਹਨਾਂ ਨੇ EMPLOYEES ਦੇ ਕਹਿਣ ਤੇ ਇੱਕ ਵਾਰੀ ਇਹਨਾਂ ਨੇ ਸੈਂਟਰ ਦੇ ਸਕੇਲ ਦੇ ਦਿੱਤੇ। ਠੀਕ ਹੈ। ਉਸ ਤੋਂ ਬਾਅਦ ਦੁਬਾਰਾ ਫਿਰ ਇਹ ਪੰਜਾਬ ਦੇ ਸਕੇਲ ਲੈਣ ਵਾਸਤੇ ਮੁਲਾਜ਼ਮਾਂ ਨੇ 186 ਤੋਂ ਜਦੋਂ ਵੇਤਨਮਾਨ ਨਵੇਂ ਆਏ ਤੇ ਪੰਜਾਬ ਦੇ ਸਕੇਲ ਲੈਣ ਵਾਸਤੇ ਕੀਤੇ। ਉਹਦੇ ਵਿੱਚ ਇਹਨਾਂ ਨੇ ਪੰਜਾਬ ਦੀ 13 ਜਨਵਰੀ 1992 ਦੀ ਨੋਟੀਫਿਕੇਸ਼ਨ ਰਾਹੀਂ ਇਹਨਾਂ ਨੇ EMPLOYEES ਦੀ ਮਰਜ਼ੀ ਤੋਂ ਬਿਨਾ
ਪੰਜਾਬ ਦੀ ਸੇਵਾ ਸ਼ਰਤਾਂ ਵੀ ਲਾਗੂ ਕਰ ਦਿੱਤੀਆਂ। ਅਸੀਂ ਕਹਿੰਦੇ ਸੀ ਪੇ ਸਕੇਲਸ ਅਲੱਗ ਨੇ ਤੇ ਕੰਡੀਸ਼ਨ ਆਫ ਸਰਵਿਸ ਅਲੱਗ ਨੇ, ਤੇ ਉਸ ਤੋਂ ਬਾਅਦ EMPLOYEES ਜਿਹੜੇ ਨੇ ਇਹਦਾ ਵਿਰੋਧ ਕਰਦੇ ਰਹੇ ਆ। ਤੇ ਚੰਡੀਗੜ੍ਹ ਦੇ EMPLOYEES ਜਿਹੜੇ ਨੇ ਇਹਦਾ ਇਹ ਕਹਿੰਦੇ ਆ ਕਿ 13/1/92 ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹਨੂੰ ਵਿਡਰਾ ਕਰਨ ਵਾਸਤੇ ਬਹੁਤ ਜ਼ਿਆਦਾ ਵੱਡੇ ਪ੍ਰੋਟੈਸਟ ਕਰਦੇ ਰਹੇ, ਐਸਮਾਂ ਵੀ ਲੱਗੀਆਂ। ਤੇ ਅਸੀਂ ਇਹੀ ਚਾਹੁੰਦੇ ਆ ਕਿ ਜਿਹੜਾ ਹੁਣ ਹੋਇਆ ਪੰਜਾਬ ਦੇ ਪੇ ਸਕੇਲ ਔਰ ਸੇਵਾ ਨਿਯਮ ਜਿਹੜੇ ਨੇ ਕੰਡੀਸ਼ਨ ਆਫ ਸਰਵਿਸ ਸੈਂਟਰ ਦੇ, ਇਹ ਸਾਡੀ ਮੰਗ ਸੀ। ਕੱਲ੍ਹ ਅਮਿਤ ਸ਼ਾਹ ਜੀ ਨੇ ਕੀਤਾ, ਅਸੀਂ ਇਹਦੇ ਤੋਂ ਚੰਡੀਗੜ੍ਹ ਦੇ EMPLOYEES ਜਿਹੜੇ ਨੇ ਇਹਦੇ ਤੋਂ ਖੁਸ਼ ਨੇ। ਪਰ ਨਾਲ ਹੀ ਗੱਲ ਅਜੀਤ ਸਿੰਘ, ਜਿਹੜੀ ਪੋਲੀਟੀਕਲ ਪਾਰਟੀਆਂ ਹੋਣ ਜਾਂ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਕਿ ਪੰਜਾਬ ਦੇ ਅਧਿਕਾਰ ਖੇਤਰਾਂ ਦੇ ਵਿੱਚ ਸੰਨ ਹੈਗੀ ਹੈ, ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਜਿਹੜਾ ਉਹ ਘਟ ਜਾਏਗਾ ਇਸ ਚੀਜ਼ ਦੇ ਨਾਲ, ਇਹਦਾ ਉਸ ਨਾਲ ਕੋਈ ਲੈਣਾ ਦੇਣਾ ਹੈਗਾ? ਹਾਂ, ਇਹ ਇਸ ਗੱਲ ਨੂੰ ਪੋਲੀਟੀਕਲੀ ਇਸ ਗੱਲ ਨੂੰ ਕਿਹਾ ਜਾ ਸਕਦਾ ਹੈ, ਪਰ ਚੰਡੀਗੜ੍ਹ ਦੇ EMPLOYEES ਜਿਹੜੇ ਨੇ ਇਹ ਡੇ 1 ਤੋਂ ਯੂਨੀਅਨ ਟੈਰੀਟਰੀ ਹੈ, 6600 ਬਣੀ ਹੈ ਉਸ ਦਿਨ ਦੀ ਯੂਨੀਅਨ ਟੈਰੀਟਰੀ ਹੈ। ਤੇ ਇਹ ਤੇ ਨਹੀਂ ਹੋ ਸਕਦਾ ਕਿ ਮੈਂ ਨੌਕਰੀ ਕਿਸੇ ਹੋਰ ਕੋਲੋਂ ਕਰਾਂ ਤੇ ਹੁਕਮ ਜਿਹੜਾ ਮੈਨੂੰ ਗੈਂਡਾਮਲ ਹਿਮਰਾਜ ਦਾ ਲੱਗੇ ਤੇ ਤਨਖਾਹ ਮੈਨੂੰ ਗੁਲਾਟੀ ਦੇਵੇ। ਇਹ ਤੇ ਨਹੀਂ ਹੋ ਸਕਦਾ। ਜੇ ਅਸੀਂ ਸੈਂਟਰ ਦੇ EMPLOYEE ਆ, ਯੂਨੀਅਨ ਟੈਰੀਟਰੀ ਦੇ EMPLOYEE ਆ, ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ। ਅਸੀਂ ਚੰਡੀਗੜ੍ਹ ਦੇ EMPLOYEE ਬਹੁਤ ਜ਼ੋਰ ਦੀ ਮੰਗ ਕਰਦੇ ਹਾਂ ਕਿ ਸਾਡੇ ਇੱਥੇ ਪੋਲੀਟੀਕਲ ਸਿਸਟਮ ਹੋਣਾ ਚਾਹੀਦਾ। ਸਾਨੂੰ ਭਾਵੇਂ ਪੰਜਾਬ ਨਾਲ ਜੋੜਦੇ ਹੋ ਤੇ ਭਾਵੇਂ ਸਾਡੀ ਬਹੁਤ ਵੱਡੀ ਮੰਗ ਹੈ ਕਿ ਚੰਡੀਗੜ੍ਹ ਦੀ ਵਿਧਾਨ ਸਭਾ ਹੋਣੀ ਚਾਹੀਦੀ ਹੈ। ਪੋਲੀਟੀਸ਼ੀਅਨ ਤਾਂ ਕੱਟਾ ਵੱਛਾ ਮਰੇ ਤੇ ਵੀ ਗੱਲ ਲੱਗਦੇ ਆ, ਸਾਡੇ ਤਾਂ ਸਿਰਫ ਅਸੀਂ ਬਿਊਰੋਕ੍ਰੇਸੀ ਦੇ ਅੰਡਰ ਕੰਮ ਕਰ ਰਹੇ ਹਾਂ। ਅਸੀਂ ਤਾਂ ਚਾਹੁੰਦੇ ਹਾਂ ਕਿ ਚੰਡੀਗੜ੍ਹ ਦੀ ਵਿਧਾਨ ਸਭਾ ਵੀ ਹੋਣੀ ਚਾਹੀਦੀ ਹੈ। ਪੰਜਾਬ ਨੂੰ ਦੇਣਾ, ਪੰਜਾਬ ਦਾ ਹੱਕ ਬਣਦਾ ਤੇ ਦੇਣਾ ਚਾਹੀਦਾ। ਠੀਕ ਹੈ, ਖਹਿਰਾ ਸਾਹਿਬ ਤੋਂ ਵੀ ਰਿਪਲਾਈ ਲੈਣਾ, ਫਿਰ ਪੋਲੀਟੀਕਲ ਪਾਰਟੀਆਂ ਵੱਲ ਕੂਚ ਕਰਾਂਗੇ। ਖਹਿਰਾ ਸਾਹਿਬ, ਜੋ ਇਹ ਫੈਸਲਾ ਕੀਤਾ ਗਿਆ, ਇਹ ਕਹਿੰਦੇ ਕਿ ਸਾਡੀ ਮੰਗ ਸੀ, ਚਿਰੋਕਣੀ ਮੰਗ ਸੀ, ਜਿਸ ਨੂੰ ਪੂਰਾ ਕੀਤਾ ਗਿਆ। ਇਹ ਮੁੱਦਾ ਮੁਲਾਜ਼ਮਾਂ ਵਰਸਸ ਸਰਕਾਰ ਦਾ ਹੋਣਾ ਚਾਹੀਦਾ ਹੈ, ਨਾ ਕਿ ਇਸ ਨੂੰ ਦੂਜੇ ਤਰੀਕੇ ਨਾਲ ਲੈਣਾ ਚਾਹੀਦਾ ਜਾਂ ਇਸ ਨੂੰ ਸਿਆਸੀ ਅੰਦੋਲਨ ਬਣਾ ਲੈਣਾ ਚਾਹੀਦਾ। ਇੱਕ ਸਰਕਾਰ ਤੱਕ ਇਹਨਾਂ ਨੇ ਮੰਗ ਰੱਖੀ, ਉਹ ਸਰਕਾਰ ਨੇ ਮੰਗਾਂ ਮੰਨ ਲਿਆ। ਦੇਖੋ ਜੀ, ਇਹਦੇ ਹਰਪ੍ਰੀਤ ਜੀ ਕਈ ਤਰ੍ਹਾਂ ਦੇ ਪੱਖ ਹੈਗੇ ਆ। ਜਿਸ ਨੂੰ ਵਿਚਾਰਿਆ ਜਾਵੇ ਪਹਿਲੇ ਮੁਲਾਜ਼ਮਾਂ ਦੇ ਪੱਖ ਤੋਂ, ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਨਹੀਂ ਹੁੰਦਾ ਕਿ ਸੇਵਾ ਨਿਯਮ ਸਾਨੂੰ ਉਹਨਾਂ ਦੇ ਦਿਓ ਤੇ ਪੇ ਸਕੇਲ ਇੱਧਰ ਦੇ ਦਿਓ, ਕਿਉਂਕਿ ਸੇਵਾ ਨਿਯਮ ਜਿਹੜੇ ਹੈਗੇ ਉਹ ਜ਼ਿਆਦਾ ਬੈਨੀਫਿਟ ਉਧਰੋਂ ਹੋ ਰਿਹਾ। ਜਿਵੇਂ ਤੁਸੀਂ ਪਹਿਲੇ ਸਮਝਾਇਆ ਸੀਗਾ ਕਿ ਮੈਟਰਨਿਟੀ ਲੀਵ ਆ ਉਹ ਜ਼ਿਆਦਾ ਹੋ ਜਾਏਗੀ, ਜਿਹੜੀ ਆਪਣੀ ਰਿਟਾਇਰਮੈਂਟ ਏਜ ਆ ਉਹ ਵੱਧ ਜਾਏਗੀ, ਉਹ ਤੇ ਸਾਨੂੰ ਉਹ ਦੇ ਦਿਓ। ਲੇਕਿਨ ਜਦੋਂ ਪੇ ਸਕੇਲ ਪੰਜਾਬ ਦੇ ਆ ਗਏ ਉਹ ਵੱਧ ਕੇ ਸਾਨੂੰ ਇਹ ਦੇ ਦਿਓ। ਸੋ ਇਹ ਡਿਮਾਂਡ ਨਹੀਂ ਹੁੰਦੀ। ਗੱਲ ਇਹ ਹੁੰਦੀ ਆ ਕਿ ਜਦੋਂ ਚੰਡੀਗੜ੍ਹ ਬਣਿਆ ਸੀ 1966 ਦੇ ਵਿੱਚ, ਪੰਜਾਬ ਪੁਨਰਗਠਨ ਹੋਇਆ, ਉਸ ਦੇ ਵਿੱਚ ਕੀ ਸ਼ਰਤਾਂ ਸੀਗੀਆਂ? ਉਹਦੇ ਵਿੱਚ ਪੰਜਾਬ ਦੇ ਉੱਤੇ ਸਾਡਾ ਹੱਕ ਸੀਗਾ। ਲੇਕਿਨ ਹੌਲੀ ਹੌਲੀ ਜਿਹੜਾ 1986 ਦੇ ਵਿੱਚ ਉਹਨਾਂ ਨੇ, ਇਹਨਾਂ ਦੀ ਡਿਮਾਂਡ ਸੀਗੀ, ਜਿਵੇਂ ਇਹਨਾਂ ਨੇ ਕਿਹਾ 1986 ਦੇ ਵਿੱਚ ਫਿਰ ਕੇਂਦਰ ਦੇ ਨਿਯਮ ਆ ਗਏ। ਜਦੋਂ ਤਨਖਾਹਾਂ ਫਿਰ ਵੱਧ ਗਈਆਂ, ਇਹ ਕਹਿੰਦੇ ਜੀ ਨਾ ਜੀ ਸਾਨੂੰ ਤੇ ਜਿਹੜੇ ਹੈਗੇ ਪੰਜਾਬ ਵਾਲੇ ਦੇ ਦਿਓ, 92 ਚ ਉਹ ਲੈ ਗਏ। ਹੁਣ ਇਹਦੇ ਵਿੱਚ ਕੁਝ ਚੀਜ਼ਾਂ ਫੇਰ ਆ ਗਈਆਂ। ਹੋਈ ਕੀ ਸੀਗਾ ਪਿਛਲੇ ਸਮੇਂ, ਜਦੋਂ ਪੇ ਕਮਿਸ਼ਨ ਲਾਗੂ ਨਹੀਂ ਸੀ ਹੋ ਰਿਹਾ 2016 ਤੋਂ ਬਾਅਦ, ਸੈਂਟਰ ਨੇ ਜਿਹੜਾ ਸੀ ਆਪਣਾ 7th ਪੇ ਕਮਿਸ਼ਨ ਲਾਗੂ ਕਰਤਾ, ਤਾਂ ਚੰਡੀਗੜ੍ਹ ਦੇ ਯੂਟੀ ਦੇ ਮੁਲਾਜ਼ਮਾਂ ਨੂੰ ਲੱਗਿਆ ਕਿ ਨਹੀਂ, ਇਹ ਪਤਾ ਨਹੀਂ ਪੰਜਾਬ ਦਾ ਹੋਣਾ ਕਿ ਨਹੀਂ ਹੋਣਾ, ਖਜ਼ਾਨਾ ਖਾਲੀ ਆ ਤੇ ਕਿਉਂ ਨਾ ਅਸੀਂ ਇਧਰੋਂ ਆਪਣਾ ਜਿਹੜਾ ਘਰ ਪੂਰਾ ਕਰ ਲਈਏ। ਉਹਨਾਂ ਨੇ ਇਹ ਡਿਮਾਂਡ, ਜਦੋਂ ਪੇ ਕਮਿਸ਼ਨ ਮਿਲ ਗਿਆ, ਚਾਹੇ ਉਹ ਕੱਚਾ ਪੱਕਾ, ਉਹਨਾਂ ਤਨਖਾਹਾਂ ਵੱਧ ਗਿਆ, ਹੁਣ ਇਹ ਡਿਵਾਈਡ ਆ। ਸ਼ਾਇਦ ਅਜੀਤ ਸਿੰਘ ਮੇਰੇ ਵੀਰ ਨੇ ਜ਼ਰੂਰ ਕਿਹਾ, ਪਰ ਕੁਝ ਫੈਡਰੇਸ਼ਨਾਂ ਇਹਦੀਆਂ, ਉਹ ਤੁਹਾਨੂੰ ਹੋਰ ਟੀਵੀ ਚੈਨਲਾਂ ਤੇ ਉਹਨਾਂ ਦੀਆਂ ਖਬਰਾਂ ਉਹ ਵੀ ਗਏ ਹੋਏ। ਅੱਜ ਪ੍ਰੋਟੈਸਟ ਹੋ ਰਿਹਾ ਬਹੁਤ ਵੱਡਾ, ਮੁਲਾਜ਼ਮ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ ਰੋਸ ਮਾਰਚ ਕਰ ਰਹੀਆਂ ਨੇ, ਬੀਜੇਪੀ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਰਹੀਆਂ ਨੇ ਇਸ ਗੱਲ ਨੂੰ ਲੈ ਕੇ, ਮੁਲਾਜ਼ਮ ਜਥੇਬੰਦੀਆਂ ਚੰਡੀਗੜ੍ਹ ਦੀਆਂ। ਬਿਲਕੁਲ ਉਹੀ ਮੈਂ ਕਹਿ ਰਿਹਾ ਵੀ ਇਸ ਸਮੇਂ ਔਰ ਜਿਹੜੇ ਪੋਲੀਟੀਕਲ ਪਾਰਟੀਆਂ ਜ਼ਿਆਦਾਤਰ ਇਹ ਚੀਜ਼ਾਂ ਵੰਡ ਕਰਦੀਆਂ ਰਹਿੰਦੀਆਂ, ਖਾਸ ਕਰਕੇ ਕੇਂਦਰ ਦੀਆਂ, ਕਿ ਪੰਜਾਬੀ ਜਿਹੜੇ ਆ ਉਹ ਵੰਡੇ ਰਹਿਣ। ਸੋ ਇਹਨੂੰ ਕਈ ਪੱਖਾਂ ਤੋਂ ਦੇਖਿਆ ਜਾ ਸਕਦਾ। ਜੇ ਇਹ ਦੇਖਿਆ ਜਾਵੇ ਮੁਲਾਜ਼ਮਾਂ ਨੂੰ ਇਹਦੇ ਵਿੱਚ ਬਾਹਲਾ ਕੋਈ ਨੁਕਸਾਨ ਵੀ ਨਹੀਂ ਤੇ ਕੋਈ ਫਾਇਦਾ ਵੀ ਨਹੀਂ, ਲੇਕਿਨ ਜੇ ਪੋਲੀਟੀਕਲੀ ਦੇਖਿਆ ਜਾਵੇ ਤਾਂ ਇਹਦਾ ਬਹੁਤ ਵੱਡਾ ਸੈਟਬੈਕ ਪੰਜਾਬ ਨੂੰ ਪੈਣ ਵਾਲਾ, ਕਿਉਂਕਿ ਸਾਡਾ ਜਿਹੜਾ ਦਾਅਵਾ ਚੰਡੀਗੜ੍ਹ ਦੇ ਉੱਤੇ ਉਹ ਖਤਮ ਹੋ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਡੈਪੂਟੇਸ਼ਨ ਤੇ ਕਰਮਚਾਰੀ ਜਾਂਦੇ ਉਹ ਵੀ ਖਤਮ ਹੋ ਜਾਣਗੇ। ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਸਾਡੇ ਉੱਚ ਅਧਿਕਾਰੀ, ਜਿਵੇਂ ਸਿਟਕੋ ਦਾ ਹੁਣ ਸੀਗਾ, ਉਹ ਤੇ ਅਸੀਂ ਲਗਾ ਨਹੀਂ ਸਕੇ, ਉਹ ਵੀ ਖਤਮ ਹੋ ਜਾਏਗਾ। ਪੁਲਿਸ ਡਿਪਾਰਟਮੈਂਟ ਦੇ ਵੀ ਸਾਡੀਆਂ ਪੋਸਟਾਂ ਖਤਮ ਨੇ, ਔਰ ਅਸੀਂ ਬਿਲਕੁਲ ਨਿਲ ਤੇ ਚੱਲੇ। ਤੀਜੀ ਗੱਲ, ਜਦੋਂ ਕੋਈ ਗੱਲ ਹੁੰਦੀ ਆ, ਆਪਾਂ ਦੂਰ ਦੀ ਸੋਚਦੇ ਆ ਪੋਲੀਟੀਕਲੀ, ਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਇੱਕ ਗੱਲ ਆਉਂਦੀ, ਉਹ ਹੁੰਦੀ ਧਰੁਵੀਕਰਨ। ਹੁਣ ਮੈਨੂੰ ਲੱਗ ਰਿਹਾ, ਜੋ ਮੇਰੀ ਪਰਸਨਲ ਸੋਚ ਹੈ, ਕਿ ਹਿਮਾਚਲ ਪ੍ਰਦੇਸ਼ ਦੀਆਂ ਇਲੈਕਸ਼ਨ ਆ ਲਾਣੀਆਂ ਤੇ ਪੰਜਾਬ ਦੇ ਐਂਟੀ ਜਿਹੜੀ ਹੈਗੀ ਆ ਆਵਾਜ਼ ਉਠਾ ਕੇ ਸੈਂਟਰ ਵੱਲੋਂ ਇਹ ਧਰੁਵੀਕਰਨ ਕੀਤਾ, ਕਦੀ ਮਿਨੋਰਟੀ ਦੇ ਐਂਟੀ ਤੇ ਕਦੀ ਪੰਜਾਬ ਦੇ ਐਂਟੀ, ਇਹ ਗੱਲਾਂ ਉਛਾਲੀਆਂ। ਜਿਹੜਾ ਝੰਡਿਆਂ ਦੀ ਗੱਲ ਹੋ ਰਹੀ ਆ, ਪੋਸਟਰ ਦੀ ਗੱਲ, ਇਹਨੂੰ ਉਸ ਨਾਲ ਜਿਹੜਾ ਜੋੜ ਕੇ ਦੇਖਿਆ ਜਾ ਸਕਦਾ। ਕਰਕੇ ਮੈਂ ਰਿਐਕਸ਼ਨ ਸਾਰੀਆਂ ਪਾਰਟੀਆਂ ਦੇ ਲੈ ਲਾਂ, ਫਿਰ ਆਪਾਂ ਅੱਗੇ ਵਧਦੇ ਹਾਂ। ਇੱਕ ਮਿੰਟ ਆ ਗਿਆ, ਮੈਂ ਇੱਕ ਰਿਐਕਸ਼ਨ ਲੈ ਲਾਂ, ਤੁਸੀਂ ਗੱਲ ਨੋਟ ਰੱਖਿਓ, ਮੈਂ ਤੁਹਾਡੇ ਕੋਲ ਦੁਬਾਰਾ ਜ਼ਰੂਰ ਆਵਾਂਗਾ। ਇਸ ਗੱਲ ਤੇ ਵੀ ਆਪਾਂ ਨੂੰ ਗੌਰ ਜ਼ਰੂਰ ਕਰਨਾ ਪਏਗਾ
ਕਿ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਹੋਇਆ। ਇਸ ਤੋਂ ਪਹਿਲਾਂ ਕਿਉਂ ਹੋਇਆ? ਜਦੋਂ ਕੇਂਦਰ ਦੇ ਵਿੱਚ ਸਹੂਲਤਾਵਾਂ ਜ਼ਿਆਦਾ ਨਜ਼ਰ ਆਈਆਂ ਤਾਂ ਅਸੀਂ ਕਿਹਾ ਕਿ ਸਾਨੂੰ ਕੇਂਦਰ ਦੀਆਂ ਜਿਹੜੀਆਂ ਸਹੂਲਤਾਵਾਂ ਨੇ ਉਹ ਦਿੱਤੀਆਂ ਜਾਣ। ਜਦੋਂ ਸਾਨੂੰ ਲੱਗਾ ਕਿ ਨਹੀਂ ਪੰਜਾਬ ਦੇ ਵਿੱਚੋਂ ਜ਼ਿਆਦਾ ਮਿਲ ਰਹੀਆਂ, ਫਿਰ ਅਸੀਂ ਪੰਜਾਬ ਤੋਂ ਮੰਗਣ ਲੱਗੇ। ਇਹ ਸਿਸਟਮ ਜਿਹੜਾ ਇਹ ਪਿਛਲੇ ਸਮੇਂ ਦੇ ਵਿੱਚ ਚੱਲਦਾ ਵੀ ਆਇਆ। ਚੰਦੂ ਮਾਜਰਾ ਸਾਹਿਬ ਤੋਂ ਇੱਕ ਰਿਐਕਸ਼ਨ ਲੈਣੇ ਆ, ਫਿਰ ਆਪਾਂ ਮੂਰੀਆ ਸਾਹਿਬ ਕੋਲ ਵੀ ਚੱਲਾਂਗੇ। ਚੰਦੂ ਮਾਜਰਾ ਸਾਹਿਬ, ਇਹ ਐਲੀਗੇਸ਼ਨ ਪਹਿਲਾਂ ਵੀ ਲੱਗਦੇ ਰਹੇ ਨੇ ਕਿ ਪਹਿਲਾਂ ਵੀ ਸਰਕਾਰਾਂ ਨੇ ਇਹ ਕੁਝ ਕੀਤਾ। ਜਿਵੇਂ ਆ ਤੁਹਾਡੇ ਸਾਹਮਣੇ ਅਜੀਤ ਸਿੰਘ ਬੈਠੇ ਹੋਏ ਨੇ, ਉਹ ਵੀ ਕਹਿ ਰਹੇ ਨੇ ਕਿ ਜ਼ਬਰਦਸਤੀ ਵੀ ਹੋਈ ਹੈ ਕਈ ਥਾਵਾਂ ਤੇ, ਇਸਮਾ ਵੀ ਲੱਗਿਆ ਕਿਉਂਕਿ ਅਸੀਂ ਵਿਰੋਧ ਕਰਦੇ ਰਹੇ ਇਸ ਗੱਲ ਦਾ। ਦੇਖੋ ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਜਿਹੜੀ ਚੰਡੀਗੜ੍ਹ ਆ ਉਹ ਪੰਜਾਬ ਦੀ ਮਿੱਟੀ ਤੇ ਪੰਜਾਬ ਦੇ ਲੋਕਾਂ ਦਾ ਉਜਾੜਾ ਹੋਇਆ ਤੇ ਚੰਡੀਗੜ੍ਹ ਬਣਿਆ। ਦੂਜੀ ਗੱਲ, ਚੰਡੀਗੜ੍ਹ ਨੂੰ ਜਿਹੜਾ ਯੂਟੀ ਦਾ ਸਟੇਟਸ ਆ ਇਹ ਟੈਂਪਰੇਰੀਲੀ ਦਿੱਤਾ ਗਿਆ ਸੀਗਾ ਤਾਂ ਕਿ ਹਰਿਆਣਾ ਉਦੋਂ ਤੱਕ ਆਪਣੀ ਰਾਜਧਾਨੀ ਬਣਾ ਲਵੇ। ਤੇ ਫਿਰ ਉਸ ਤੋਂ ਬਾਅਦ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1966 ਦੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਅਧੀਨ ਸਾਰਾ ਕੁਝ ਹੋਇਆ ਸੀਗਾ। ਹੁਣ ਸਾਡੀਆਂ ਜ਼ਮੀਨਾਂ, ਸਾਡੇ ਲੋਕ ਪੰਜਾਬ ਦੇ ਉਜੜੇ ਉੱਥੋਂ, ਤੇ ਦਾਵਾ ਚੰਡੀਗੜ੍ਹ ਤੇ ਸੰਵਿਧਾਨ ਅਨੁਸਾਰ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਕੋਈ ਪੰਜਾਬ ਦਾ ਨਹੀਂ ਬਣਾਇਆ ਹੋਇਆ, ਇਹ ਕੇਂਦਰ ਦਾ ਹੀ ਸੀ। ਇਹਦੇ ਅਨੁਸਾਰ ਇਹ ਸਾਰੀ ਵੰਡ ਹੋਈ ਸੀ। ਅੱਜ ਮੰਗ ਮੁਲਾਜ਼ਮਾਂ ਦੀ ਕੀ ਆ, ਘਟਦੀ ਆ ਜਾਂ ਵੱਧਦੀ ਆ, ਉਹ ਵੱਖਰਾ ਚੈਪਟਰ ਆ। ਪਰ ਗੱਲ ਤਾਂ ਇਹ ਆ ਵੀ ਜੇ ਸਾਡੀਆਂ ਹੀ ਚੁਣੀਆਂ ਹੋਈਆਂ ਸਰਕਾਰਾਂ ਇਸ ਤਰੀਕੇ ਦੇ ਨਾਲ ਸੰਵਿਧਾਨ ਦੀਆਂ ਉਲੰਘਣਾਂ ਕਰਨ ਲੱਗ ਜਾਣਗੀਆਂ ਤਾਂ ਸੰਵਿਧਾਨ ਲਾਗੂ ਕਿਵੇਂ ਰਹਿ ਸਕੂਗਾ? ਸੈਕੰਡ ਚੀਜ਼, ਜਿਹੜੀ ਗੱਲ ਇਹ ਪਹਿਲੀ ਵਾਰੀ ਨਹੀਂ ਹੈਗੀ। ਮੈਂ ਹੁਣੇ ਇੱਕ ਮਨੀਸ਼ ਸਿਸੋਦੀਆ ਜੀ ਦੀ ਸਟੇਟਮੈਂਟ ਸੁਣ ਰਿਹਾ ਸੀਗਾ, ਇਹਨੂੰ ਪੋਲੀਟੀਸਾਈਜ਼ ਵੀ ਨਹੀਂ ਕਰਨਾ ਚਾਹੀਦਾ ਮੈਟਰ ਨੂੰ। ਉਹ ਕਹਿ ਰਹੇ ਆ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਦਾ ਇਹ ਹੋਣ ਲੱਗਿਆ। ਮੈਂ ਸਮਝਦਾ ਹੋਰ ਪਹਿਲਾਂ ਤੋਂ ਹੀ ਰਿਹਾ ਸੀ, ਇਹ ਬੋਲੇ ਨਹੀਂ ਵੀ ਕਾਂਗਰਸ ਦੀ ਸਰਕਾਰ ਸਮੇਂ ਨਹੀਂ ਹੋਇਆ। ਕਾਂਗਰਸ ਦੀ ਸਰਕਾਰ ਸਮੇਂ ਵੀ ਪੰਜਾਬੀ ਬੋਲੀ ਤੇ ਹਮਲਾ ਹੋਇਆ। ਮੈਨੂੰ ਯਾਦ ਆ ਵੀ ਉਸ ਸਮੇਂ ਮੇਰੇ ਪਿਤਾ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਐਮਪੀ ਸੀ, ਉਹਨਾਂ ਨੇ ਮਸਲਾ ਲੋਕ ਸਭਾ ਦੇ ਵਿੱਚ ਵੀ ਚੱਕਿਆ ਸੀ। ਚਲੋ ਉਦੋਂ ਬਚਾਅ ਹੋਇਆ। ਇੰਪਲੋਈਜ਼ ਦੀ ਜਿਹੜੀ ਰੇਸ਼ੋ ਆ ਉਹਨੂੰ ਵੀ ਘਟਾਉਣ ਦੀ ਉਦੋਂ ਕੋਸ਼ਿਸ਼ ਹੋਈ। ਤੇ ਸਭ ਤੋਂ ਵੱਡੀ ਗੱਲ, ਬਿਜਲੀ ਬੋਰਡ ਦੇ ਨਿੱਜੀਕਰਨ ਦਾ ਮਸਲਾ ਆਇਆ, ਉਹ ਵੀ ਮੈਂ ਸਮਝਦਾ ਵੀ ਕਿਉਂਕਿ ਇਹ ਆਫਟਰ ਆਲ ਪ੍ਰਾਪਰਟੀ ਹੈ ਜਿਹੜੀ ਪੰਜਾਬ ਦੀ ਹੋਣੀ ਆ, ਉਹਨੂੰ ਨਿੱਜੀਕਰਨ ਦਾ ਫੈਸਲਾ ਦਿੱਤਾ ਗਿਆ। ਉਦੋਂ ਵੀ ਇਹ ਪਾਰਟੀਆਂ ਕਿਤੇ ਨਾ ਕਿਤੇ ਚੁੱਪ ਰਹੀਆਂ। ਪੰਜਾਬ ਸਾਂਝੀ ਰਾਏ, ਮੈਂ ਪੰਜਾਬ ਦੀ ਵਿਧਾਨ ਸਭਾ ਵਿੱਚ ਇਹ ਮੁੱਦਾ ਚੱਕਿਆ ਸੀ। ਮੇਰੇ ਨਾਲ ਨਾ ਉਸ ਸਮੇਂ ਦੀ ਸਰਕਾਰ ਕਾਂਗਰਸ ਦੀ ਖੜੀ, ਨਾ ਉਸ ਸਮੇਂ ਦੀ ਮੁੱਖ ਵਿਰੋਧੀ ਪਾਰਟੀ ਖੜੀ। ਐਸੇ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਇਕੱਠੇ ਹੋ ਕੇ ਲਾਮਬੰਦ ਕਰਨਾ ਚਾਹੀਦਾ। ਹੁਣ ਵੀ ਮੈਂ ਸਮਝਦਾ ਰਿਐਕਸ਼ਨ ਆਇਆ ਸੀਐਮ ਸਾਹਿਬ ਦਾ, ਜਿਵੇਂ ਆਉਣਾ ਚਾਹੀਦਾ ਸੀ ਉਸ ਢੰਗ ਨਾਲ। ਕੇਵਲ ਟਵੀਟ ਆਇਆ, ਉਹਨਾਂ ਨੂੰ ਪੀਸੀ ਕਰਨੀ ਚਾਹੀਦੀ ਸੀ, ਲਾਮਬੰਦੀ ਕਰਨੀ ਚਾਹੀਦੀ ਸੀ, ਪੰਜਾਬ ਦੀਆਂ ਦੂਜੀ ਪੋਲੀਟੀਕਲ ਪਾਰਟੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਬੜਾ ਕਿਉਂਕਿ ਇੱਕ ਤੋਂ ਵੱਧ ਕੇ ਇੱਕ, ਕਦੇ ਬੀਬੀਐਮਬੀ ਦਾ ਮੈਟਰ ਆ ਰਿਹਾ, ਕਦੇ ਬੀਐਸਐਫ ਦਾ ਮੈਟਰ ਆ ਰਿਹਾ, ਕਦੇ ਪੰਜਾਬੀ ਬੋਲੀ ਚੰਡੀਗੜ੍ਹ ਦੇ ਵਿੱਚ ਆ ਰਿਹਾ, ਕਦੇ ਪੰਜਾਬ ਦੇ ਮੁਲਾਜ਼ਮਾਂ ਦੀ ਰੇਸ਼ੋ ਦਾ, ਕਦੇ ਬਿਜਲੀ ਬੋਰਡ ਦੇ ਨਿੱਜੀਕਰਨ ਦਾ, ਤੇ ਹੁਣ ਇਹ ਜਿਹੜਾ ਕੇਂਦਰ ਸਰਕਾਰ ਕੇਂਦਰੀ ਰੂਲਾਂ ਦੇ ਅਧੀਨ ਪੰਜਾਬ ਦੇ ਮੁਲਾਜ਼ਮਾਂ ਨੂੰ, ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਲਿਆਂਦਾ ਜਾ ਰਿਹਾ। ਮੈਂ ਤੁਹਾਨੂੰ ਹੋਰ ਦੱਸਦਾ ਵੀ ਦੇਖੋ, ਇੱਕ ਬਹੁਤ ਵੱਡਾ ਹਜੇ ਤੱਕ ਮੁਲਾਜ਼ਮ ਜਥੇਬੰਦੀਆਂ ਦਾ ਕੋਈ ਰਿਐਕਸ਼ਨ ਬਹੁਤਾ ਇਸ ਮੁੱਦੇ ਤੇ ਜੇ ਆਇਆ ਤਾਂ ਵਿਰੋਧ ਵਾਲਾ ਹੀ ਆਇਆ, ਕਿਉਂਕਿ ਪੰਜਾਬ ਦੇ ਪੇ ਸਕੇਲ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਨੇ। ਪਰ ਮੈਂ ਇੱਥੇ ਪੰਜਾਬ ਸਰਕਾਰ ਨੂੰ ਜ਼ਰੂਰ ਬੇਨਤੀ ਕਰਦਾ ਵੀ ਅੱਜ ਇਹ ਮੁਲਾਜ਼ਮ ਤੁਹਾਡੇ ਨਾਲ ਨੇ, ਪਰ 6ਵਾਂ ਪੇ ਕਮਿਸ਼ਨ ਆ ਜਿਹੜਾ ਪੰਜਾਬ ਦਾ, ਹਜੇ ਵੀ ਉਹ ਲਮਕਰਾਉਂਦਾ ਫਿਰ ਰਿਹਾ, ਉਹਨੂੰ ਲਾਗੂ ਕਰ ਦਿਓ। ਕੇਂਦਰ ਨੇ 7ਵਾਂ ਲਾਗੂ ਕਰਤੇ ਆ। ਨਹੀਂ ਕਿਤੇ ਨਾ ਕਿਤੇ ਮੁਲਾਜ਼ਮਾਂ ਦਾ, ਕਿਤੇ ਨਾ ਕਿਤੇ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਭਾਵਨਾ ਸਾਡੇ ਨਾਲ ਆ। ਸੋ ਉਹਨੂੰ ਨਾਲ ਜੋੜੇ ਰੱਖਣ ਵਾਸਤੇ ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਬੇਨਤੀ ਕਰਦਾ ਕਿ 6ਵਾਂ ਪੇ ਕਮਿਸ਼ਨ ਫੌਰੀ ਤੌਰ ਤੇ ਲਾਗੂ ਕਰ ਦਿੱਤਾ ਜਾਵੇ। ਮੋਰੀਆ ਸਾਹਿਬ ਤੋਂ ਲੈਣੇ ਰਿਐਕਸ਼ਨ। ਮੋਰੀ ਸਾਹਿਬ, ਇੱਕ ਰਿਐਕਸ਼ਨ ਤੁਹਾਡੇ ਤੋਂ ਵੀ ਜ਼ਰੂਰ ਚਾਹਨੇ ਇਸ ਪੂਰੇ ਮੁੱਦੇ ਤੇ, ਕਿਉਂਕਿ ਹੁਣ ਕਮਾਂਡ ਤੁਹਾਡੇ ਹੱਥ ਹੈਗੀ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਹੁਣ ਇਸ ਕਿਵੇਂ ਟੈਕਲ ਕਰੋਗੇ ਕਿ ਵਾਕਈ ਤੁਹਾਨੂੰ ਲੱਗਦਾ ਕਿ ਜੋ ਮੁਲਾਜ਼ਮਾਂ ਦੀ ਮੰਗ ਹੈ ਉਸ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ, ਗੱਲ ਇੱਥੇ ਖਤਮ ਹੋ ਜਾਣੀ ਚਾਹੀਦੀ ਹੈ? ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਤਾਂ ਮੁਲਾਜ਼ਮ ਤਾਂ ਦੇਖਦਾ ਹੈ ਕਿ ਫਾਇਦਾ ਸਾਨੂੰ ਕਿੱਧਰ ਹੋ ਰਿਹਾ, ਪਰ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਪੰਜਾਬ ਦੇ ਸਾਡੇ ਹੱਕ ਹੈਗੇ ਚੰਡੀਗੜ੍ਹ ਦੇ ਕਾਨੂੰਨ ਦੇ ਮੁਤਾਬਕ, ਉਹ 60-40 ਦੇ ਹੱਕ ਹੈ। 60% ਸਾਡਾ ਹੱਕ ਹੈ, 40% ਹਰਿਆਣਾ ਦੇ ਜਿਹੜੇ EMPLOYEES ਦਾ ਉਹ ਸਾਰਾ ਸਟਰਕਚਰ ਬਣਿਆ ਹੋਇਆ। ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਭਰਤੀ ਹੋਣਾ, ਪੰਜਾਬੀ ਜਦੋਂ ਭਰਤੀ ਹੋਵੇ ਉਹ 60% ਹੋਵੇ। ਹੁਣ ਅੱਜ ਆਪਾਂ ਮੁਲਾਜ਼ਮ ਬਣ ਗਏ ਆ ਤੇ ਆਪਾਂ ਦੇਖੀਏ ਕਿ ਸਾਨੂੰ ਵੱਧ ਤਨਖਾਹ ਕਿੱਧਰ ਮਿਲ ਰਹੀ ਹੈ, ਫਾਇਦੇ ਜ਼ਿਆਦਾ ਕਿੱਧਰ ਹੋ ਰਹੇ ਹੈ। ਠੀਕ ਹੈ, ਇੱਕ ਮੁਲਾਜ਼ਮ ਹੋਣ ਦੇ ਨਾਤੇ ਇੱਕ ਉਹਨਾਂ ਦੀਆਂ ਗੱਲਾਂ ਹੋ ਸਕਦੀਆਂ, ਲੇਕਿਨ ਜਦੋਂ 26 ਜਨਵਰੀ 1986 ਦੀ ਡੇਟ ਜਦੋਂ ਨਿਸ਼ਚਿਤ ਹੋ ਗਈ ਸੀ ਕਿ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਨੂੰ ਸੌਂਪਿਆ ਜਾਊਗਾ, ਜੀ ਜੀ, ਲੇਕਿਨ ਬਾਅਦ ਵਿੱਚ ਕੇਂਦਰ ਸਰਕਾਰ ਮੁੱਕਰ ਗਈ। ਕਾਂਗਰਸ ਨੇ ਸਦਾ ਹੀ ਸਾਡੇ ਪੰਜਾਬ ਨਾਲ ਮਾੜਾ ਕੀਤਾ, ਔਰ ਇੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਬੀਜੇਪੀ ਦੀ ਸਰਕਾਰ ਸੀ, ਅਕਾਲੀ ਦਲ ਅਲਾਈਅੰਸ ਦੇ ਵਿੱਚ ਬੈਠੇ ਸੀ, ਉਦੋਂ ਇਹ ਚੁੱਪੀ ਮਾਰ ਕੇ ਬੈਠੇ ਸੀ। ਪੰਜਾਬ ਦੇ ਵਿੱਚ ਅਕਾਲੀ ਦਲ ਸੀ, ਕੇਂਦਰ ਦੇ ਵਿੱਚ ਬੀਜੇਪੀ ਸੀ ਜੀ, ਤਾਂ ਇਹਨਾਂ ਨੂੰ ਇਹ ਮਸਲੇ ਸੁਲਝਾ ਲੈਣੇ ਚਾਹੀਦੇ ਸੀ। ਇਹ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ,
ਇਹ ਕੇਂਦਰ ਸਰਕਾਰ ਨੂੰ ਇੱਕ ਸਿਰ ਪੀੜ ਹੋ ਗਈ ਹੈ ਕਿ ਇਹ ਪਹਿਲਾਂ ਇਹਨਾਂ ਨੇ ਦਿੱਲੀ ਜਿੱਤੀ, ਫਿਰ ਦੂਜੀ ਵਾਰੀ, ਫਿਰ ਤੀਜੀ ਵਾਰੀ, ਤੇ ਹੁਣ ਪੰਜਾਬ ਇਹਨਾਂ ਨੇ ਜਿੱਤ ਲਿਆ। ਇਹ ਸਾਰੀ ਲੜਾਈ ਇਸ ਚੀਜ਼ ਦੀ ਹੈ ਕਿ ਜਿਹੜਾ ਬੀਜੇਪੀ ਦੀ ਜਿਹੜੀ ਸਪੇਸ ਹੈ ਉਹ ਆਮ ਆਦਮੀ ਪਾਰਟੀ ਘੇਰ ਰਹੀ ਹੈ। ਇਹਨਾਂ ਨੂੰ ਡਰ ਹੈ, ਇਹਨਾਂ ਨੂੰ ਇਹ ਡਰ ਹੈ ਕਿ ਕਿਵੇਂ ਅਸੀਂ ਪੰਜਾਬ ਦੇ ਹੱਕ ਨੂੰ ਮਾਰੀਏ ਔਰ ਪੰਜਾਬ ਦੇ ਹੱਕਾਂ ਦੇ ਉੱਤੇ ਕਿਵੇਂ ਕਬਜ਼ਾ ਕਰੀਏ। ਕੱਲ ਜਦੋਂ ਮਾਨਯੋਗ ਅਮਿਤ ਸ਼ਾਹ ਜੀ ਆਏ ਹੈ, ਉਹਨਾਂ ਨੇ 2-3 ਮਿੰਟ ਲਾਏ ਕਿ ਚੰਡੀਗੜ੍ਹ ਬਹੁਤ ਮਾਡਰਨ ਸ਼ਹਿਰ ਹੈ, ਇਹ ਬੜੀ ਵਿਉਂਤਬੰਦੀ ਬਹੁਤ ਅੱਛੀ ਹੈ, ਵਾਸਤੂਕਲਾ ਬਹੁਤ ਅੱਛੀ ਹੈ। ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਸੀਗਾ ਕਿ ਇਹ ਵਾਸਤੂਕਲਾ ਜਿਹੜੀ ਫ੍ਰਾਂਸੀਸੀ ਦੀ ਦਿੱਤੀ ਹੋਈ ਵਾਸਤੂਕਾਰ ਦੀ ਹੈ, ਇਹ ਭੁੱਲ ਗਏ ਹੋਣੇ ਕਿ ਇਹ ਨਹਿਰੂ ਦੀ ਦੇਣ ਹੈ। ਕਹਿਣ ਦਾ ਭਾਵ ਹੈ ਇਹ ਹੁਣ ਇਹਨਾਂ ਨੇ ਆਪਣੇ ਉਸ ਬਿਆਨ ਉਸ ਮੰਚ ਤੇ ਕਿਹਾ ਵੀ ਸੀਗਾ ਕਿ ਅਸੀਂ ਕੁਝ ਏਕੀਕ੍ਰਿਤ ਸੈਂਟਰਲਾਈਜ਼ ਕਰਨ ਜਾ ਰਹੇ ਹਾਂ। ਕਹਿਣ ਦਾ ਭਾਵ ਹੈ ਇਹ ਪੰਜਾਬ ਦੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਹੈ। ਠੀਕ ਹੈ ਮੋਰੀਆ ਸਾਹਿਬ, ਹੁਣ ਅੱਗੇ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ, ਹੁਣ ਕਰੋਗੇ ਕੀ ਤੁਸੀਂ? ਭਗਵੰਤ ਮਾਨ ਜੀ ਨੇ ਵੀ ਕਿਹਾ ਔਰ ਸਾਡੇ ਹਰਪਾਲ ਚੀਮਾ ਜੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਔਰ ਜਿਹੜਾ 60-40 ਦਾ ਰੇਸ਼ੋ ਹੈ ਅਫਸਰਾਂ ਦੀ ਜਿਹੜੀ ਭਰਤੀ ਹੈ ਉਹਦੇ ਅਕੋਰਡਿੰਗ ਹੁੰਦਾ। ਸਾਡਾ ਜਿਹੜਾ ਚੰਡੀਗੜ੍ਹ ਦਾ ਐਸਐਸਪੀ ਹੁੰਦਾ ਉਹ ਪੰਜਾਬ ਕਾਡਰ ਚ ਹੁੰਦਾ, ਹੋਮ ਸੈਕਟਰੀ ਹਰਿਆਣੇ ਤੋਂ ਹੁੰਦਾ। ਸੋ ਇਹ ਸਟਰਕਚਰ ਬਣਿਆ ਹੋਇਆ, ਇਹਦੇ ਤੇ ਡਾਕੇ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਠੀਕ ਹੈ, ਪੰਜਾਬ ਦਾ ਬਣਦਾ ਜਿਹੜਾ ਹੱਕ ਹੈ ਉਹ ਚਲੋ ਮੈਂ ਵਾਪਸ ਆਣਾ ਮੈਂ ਇੱਕ ਮਿੰਟ ਭੁੱਲਰ ਸਾਹਿਬ ਤੋਂ ਕਰੈਕਸ਼ਨ ਲਵਾਂ, ਫਿਰ ਐਂਡ ਦੇ ਵਿੱਚ ਸਰਕਾਰ ਦਾ ਰਿਐਕਸ਼ਨ ਲਵਾਂਗੇ। ਜੈਬੰਤ ਸਿੰਘ ਜੀ ਕੋਲ ਐਂਡ ਦੇ ਵਿੱਚ ਜਾਵਾਂਗੇ ਕਿਉਂਕਿ ਜੈਬੰਤ ਸਿੰਘ ਜੀ ਸਾਰਿਆਂ ਦਾ ਤਰਕ ਸੁਣ ਲੈਣ, ਫਿਰ ਉਸ ਤੋਂ ਬਾਅਦ ਜਵਾਬ ਦੇਣ। ਭੁੱਲਰ ਸਾਹਿਬ ਕੋਲ ਚਲਦੇ ਹਾਂ। ਭੁੱਲਰ ਸਾਹਿਬ, ਜਿਹੜੀ ਗੱਲ ਹੁਣੇ ਉੱਠੀ ਹੈ, ਇੱਕ ਵਾਰ ਫਿਰ ਤੋਂ ਇਹ ਮੰਗ ਉੱਠੀ ਹੈ ਕਿ ਇੱਕ ਇੱਕ ਕਰਕੇ ਇਹ ਸਾਰੇ ਜਿਹੜੀਆਂ ਧਰੋਹਰਾਂ ਨੇ ਪੰਜਾਬ ਦੀਆਂ ਖੋਈਆਂ ਜਾ ਰਹੀਆਂ ਨੇ, ਕਦੇ ਬੀਬੀਐਮਬੀ ਦਾ ਮੁੱਦਾ ਬਣ ਜਾਂਦਾ ਹੈ, ਕਦੇ ਸਿਟਕੋ ਦਾ ਮੁੱਦਾ ਬਣ ਜਾਂਦਾ, ਔਰ ਇਹ ਹੁਣ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਆਪਣੇ ਅਧੀਨ ਲੈਣਾ, ਕਿ ਇਹ ਪੰਜਾਬ ਦੇ ਸੰਘੀ ਢਾਂਚੇ ਨੂੰ ਜਾਂ ਸਰਕਾਰਾਂ ਦੇ ਸੰਘੀ ਢਾਂਚੇ ਨੂੰ ਸੱਟ ਮਾਰਨ ਵਾਲਾ? ਹਰਪ੍ਰੀਤ ਜੀ, ਬੇਸ਼ੱਕ ਤੁਸੀਂ ਜੋ ਗੱਲ ਕੀਤੀ ਹੈ, मैं एक गल समझदा है। पहला बीएसएफ जुरिसडिक्शन दा मसला, फिर भाखड़ा ब्यास मैनेजमेंट बोर्ड दा मसला, सिडको दा मसला, फिर साडा जेड़ा आज चंडीगढ़ दे सर्विस नॉर्म्स नु अमेंड करके पंजाब तो सेंट्रल सर्विस नॉर्म्स साडे देश दी हुकूमत ने ते साडे गृह मंत्री जो कल ऐलान करके गए हैं, जो फैसला मुसलत कीता है, मैं उसनु सिरे तो तगफुल करदा है। पर नाल ही एक गल बड़ी सोचनी बनती है कि पिछले 10 दिनों तो जदों तो आम आदमी पार्टी दी हुकूमत पंजाब दे विच आई है, एक तो एक वार-वार पंजाब दे उत्ते, पंजाबियां दे वधेरे हत्थां दे उत्ते, हक्कां हकूकां दे उत्ते डाके क्यों वज रहे हैं? पहला गल है लो राज्य सभा दी नुमाइंदगी दी, हाउस ऑफ स्टेट्स दे विच 5 गैर पंजाबी, हरभजन सिंह एक एक्सेप्शन ला लो, पर गैर पंजाबी बंदे देखो। कल जो ये फैसला आया उस शाम नू साडे पंजाब तो राज्य सभा दे मैंबर ऑफ पार्लीमेंट राघव चड्डा जी लैक्मे फैशन वीक दे विच रैंप वॉक कर रहे हैं, उन्हां दी कोई स्टेटमेंट ना आई। उस तो बाद कित्थे ने संदीप पाटिल, कित्थे ने अशोक मित्तल, कित्थे ने संजीव अरोड़ा जी? वार-वार अर्ज करन तो बाद वक-वक सियासी पार्टियां वालों, कांग्रेस वालों, मैं समझदा होर भी सियासी पार्टियां वालों, भगवंत मान जी मैनू एक गल दी समझ नहीं आउंदी कि सानू सारियां नू पता है कि किन्नी कुर्बत मान साहब ने पिछले दिनी भाजपा नाल दिखाई। मोदी साहब कोलों जाके पंजाब दे हक्कां लई जाके मैं ओदी निंदा नहीं करदा, पर होली भी मनाई साडे हरियाणे दे चीफ मिनिस्टर मनोहर लाल खट्टर जी नाल, राज्यपाल जी नाल। अज मैं एक गल कहनी चाहना है कि पंजाब दा वड्डा शहर है चंडीगढ़ दे विच, नाल हरियाणा दा भी है। बेशक जे चंडीगढ़ के मुलाजमां दी हुंदी डिमांड कि सानू सेंट्रल नॉर्म्स चाहिए है, तां की सेंटर सरकार एक बार भी उन्होंने पूछना या पंजाब नू कॉन्फिडेंस लेना जरूरी नहीं समझिया? चलो हरियाणा दे विच उन्हां दी सरकार है, भावें ओ रबड़ स्टैंप है, पर मैं एक गल कहनी चाहना है कि कहंदे हैं ना नत्था सिंह एंड प्रेम सिंह वन एंड सेम थिंग। आम आदमी पार्टी अज पंजाब दे विच हुकूमत कर रही है, सत्ता दे विच है, इन्हां दा की स्टैंड है, इन्हां दे राज्य सभा एमपीज़ दा की स्टैंड है, ते अगे इन्हां दे फ्यूचर प्लान्स की है? ये जेहड़े पंजाब दे हक्कां हकूकां ते
ਡਾਕਾ ਵੱਜ ਰਿਹਾ ਹੈ, ਕਿਉਂ ਨਹੀਂ ਬੀਜੇਪੀ? ਚਲੋ ਆਪਾਂ ਰਿਪਲਾਈ ਲੈ ਲੈਣੇ। ਮੈਂ ਇੱਕ ਮਿੰਟ ਆਇਆ, ਹੁਣ ਵਾਪਸ ਆਇਆ, ਮੈਂ ਜਰਾ ਜੈਬੰਤ ਸਿੰਘ ਜੀ ਤੋਂ ਰਿਐਕਸ਼ਨ ਲੈ ਲਾਂ। ਚੰਦੂਮਾਰਾ ਸਾਹਿਬ ਇੱਕ ਮਿੰਟ ਆਣਾ, ਜੈਬੰਤ ਸਿੰਘ ਜੀ ਤੋਂ ਰਿਐਕਸ਼ਨ ਲਈਏ। ਠੀਕ ਹੈ ਜੈਬੰਤ ਸਿੰਘ ਜੀ ਤੁਸੀਂ ਸਾਰੇ ਹੀ ਬੁਲਾਰਿਆਂ ਦਾ ਰਿਐਕਸ਼ਨ ਸੁਣ ਲਿਆ ਹੋਣਾ, ਤਰਕ ਸੁਣ ਲਿਆ ਹੋਣਾ, ਉਹਨਾਂ ਦਾ ਤਰਕ ਕੀ ਹੈ। ਸਾਰੇ ਹੀ ਇਕਸੁਰਤਾ ਦੇ ਵਿੱਚ, ਪੋਲੀਟੀਕਲ ਪਾਰਟੀਆਂ ਘੱਟੋ ਘੱਟ ਇਕਸੁਰਤਾ ਦੇ ਵਿੱਚ ਮੰਨਦੀਆਂ ਨੇ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਵਾਲੀ ਇਹ ਗੱਲ ਹੈ, ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਅਧਿਕਾਰ ਖੇਤਰ ਘਟਾਉਣ ਵਾਲੀ ਇਹ ਗੱਲ ਹੈਗੀ ਹੈ। थैंक यू हरप्रीत जी, बड़ी अच्छी डिस्कशन चल रही है, कॉम्प्लैक्स मैटर हैगा जी। ते मैं मतलब इनू दो लैवल्स के उत्ते देखता हाँ, एक है पोलिटिकल लेवल ते दूसरा ब्यूरोक्रेटिक लेवल। तो पहले अस पोलिटिकल लेवल के उत्ते चलते हैं जी जी। ਜਿਹੜੀ आम आदमी पार्टी कह रही है कि बीजेपी बड़ी बहुत घबराई हुई है कि आम आदमी पार्टी उन्होंने स्पेस ले रही है, मैं इन्होंने आश्वासन देना कि ये हजे तक इन्होंने साडे उत्थे ते मतलब पोक भी नहीं किया है, इन द सेंस कि तुसी देख लो कि गोवा, उत्तराखंड, यूपी ਦੇ ਵਿੱਚ ਇਹਨਾਂ ਦੇ ਖਾਤੇ ਵੀ ਨਹੀਂ ਖੁੱਲੇ। ਸੋ ਵੀ ਆਰ ਨਾਟ ਵਰੀਡ ਅਬਾਊਟ देयर ਟੇਕਿੰਗ, ਵੀ ਆਰ ਨਾਟ ਵਰੀਡ ਕਿ ਇਹ ਸਾਡੀ ਸਪੇਸ ਲੈਣਗੇ, ਵੀ ਆਰ ਨਾਟ ਵਰੀਡ ਅਬਾਊਟ ਦੈਮ ਐਟ ਆਲ। ਸੋ ਇਹਨਾਂ ਨੂੰ ਆਪਣੇ ਆਪ ਨੂੰ ਐਡਾ ਵੱਡਾ ਨਹੀਂ ਸਮਝਣਾ ਚਾਹੀਦਾ। ਉਹ ਮੈਂਬਰ ਆ ਸਾਡੇ। ਦੂਸਰੀ ਗੱਲ, ਇਹ ਜਿਹੜਾ ਪ੍ਰੋਬਲਮ ਹੈਗਾ ਇੱਥੋਂ ਦਾ ਚੰਡੀਗੜ੍ਹ ਦਾ, ਇਹ ਕ੍ਰੀਏਟ ਕੀਤਾ ਹੋਇਆ ਹੈ ਆਊਟ ਐਂਡ ਆਊਟ ਕਾਂਗਰਸ ਪਾਰਟੀ ਦਾ। ਸੋ ਇਹਨੂੰ ਹੁਣ ਸੁਲਝਾਣਾ ਜਿਹੜਾ ਹੈ ਕੰਪਲੈਕਸ ਹੋ ਗਿਆ। 1966 ਤੋਂ ਤੁਹਾਨੂੰ ਪਤਾ ਹੈ ਰੀਆਰਗੇਨਾਈਜੇਸ਼ਨ ਆਫ ਸਟੇਟ ਐਕਟ ਤੋਂ ਇਹ ਚੱਲ ਰਿਹਾ ਹੈ, ਇਹਨੂੰ ਸੁਲਝਾਣਾ ਬਹੁਤ ਮੁਸ਼ਕਲ ਹੈ, ਬਟ ਇਹਨੂੰ ਕਰਨਾ ਜ਼ਰੂਰੀ ਹੈ। ਤੇ ਐਸ ਫਾਰ ਐਸ ਬੀਜੇਪੀ ਪੰਜਾਬ, ਸਾਡੀ ਜਿਹੜੀ ਰਿਕਮੈਂਡੇਸ਼ਨ ਹੈ ਆਪਣੇ ਸੈਂਟਰ ਨੂੰ ਇਹੋ ਹੀ ਹੈ ਕਿ ਚੰਡੀਗੜ੍ਹ ਇਜ਼ ਪਾਰਟ ਆਫ ਪੰਜਾਬ, ਇਟ ਸ਼ੁਡ ਕਮ ਟੂ ਪੰਜਾਬ। ਇਹ ਅਸੀਂ ਇਸ ਗੱਲ ਦੇ ਉੱਤੇ ਖੜੇ ਹਾਂ ਪੂਰੇ ਪੰਜਾਬ ਦੇ ਨਾਲ ਤੇ ਖੜੇ ਰਵਾਂਗੇ ਜੀ ਜੀ। ਸੋ ਜਿਸ ਵੇਲੇ ਇਹਦੀ ਅਲਟੀਮੇਟ ਡਿਸੀਜਨ ਹੋਏਗੀ, ਆਲ ਪਾਰਟੀਆਂ ਨੂੰ ਨਾਲ ਲੈ ਕੇ ਡਿਸੀਜਨ ਹੋਏਗੀ। ਚਲੋ ਉਹ ਗੱਲ ਤਾਂ ਬਾਅਦ ਦੀ ਗੱਲ ਹੈ ਨਾ ਜਗਵੰਤ ਸਿੰਘ ਜੀ, ਇਸ ਫੈਸਲੇ ਤੇ ਪ੍ਰਤੀਕਰਮ ਦੇਣਾ, ਇਹ ਫੈਸਲਾ ਇਹ ਪਾਰਟ ਆਫ ਉਹਦਾ ਹਿੱਸਾ ਨਹੀਂ। ਹਾਂ ਮੈਂ ਦੇ ਰਿਹਾ। ਦੇਖੋ ਏਡੇ ਸਾਰਿਆਂ ਨੇ ਬੋਲਿਆ ਸੀ, ਮੈਨੂੰ ਇੱਕ ਚੀਜ਼ ਜਿਹੜੀ ਉਹਨੂੰ ਪੂਰਾ ਕਰਨਾ ਹੈ। ਜੀ ਜੀ। ਪੰਜਾਬੀ ਵੰਡੇ ਰੱਖਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ, ਜਿਹੜਾ ਖੇਰਾ ਸਾਹਿਬ ਨੇ ਕਿਹਾ ਸੀਗਾ, ਤੇ ਅਜੀਤ ਸਾਹਿਬ ਨੇ ਜਿਹੜਾ ਬਹੁਤ ਹੀ ਖੂਬਸੂਰਤੀ ਦੇ ਨਾਲ ਉਹ ਦੱਸ ਦਿੱਤਾ ਸੀਗਾ ਕਿ ਇਹਦਾ ਬਿਊਰੋਕ੍ਰੈਟਿਕ ਹੈਸਲ ਕੀ ਹੈ, ਜਿਹਦੇ ਕਾਰਨ ਕੀ ਇਹ ਡਿਸੀਜਨ ਲੈਣੀ ਪੈ ਗਈ। ਦੇਖੋ ਕਨਫਿਊਜ਼ਨ ਬਹੁਤ ਹੈ ਉੱਥੇ ਆਫ ਕਮਾਂਡ ਐਂਡ ਕੰਟਰੋਲ। ਜਦੋਂ ਐਡਮਿਨਿਸਟ੍ਰੇਟਰ ਨੇ ਕੰਟਰੋਲ ਕਰਨਾ ਹੁੰਦਾ, ਉਹਦੇ ਹੱਥ ਦੇ ਵਿੱਚ ਕੰਟਰੋਲ ਪੂਰਾ ਨਹੀਂ ਹੁੰਦਾ। ਉੱਤੋਂ ਦੀ ਐਸੋਸੀਏਸ਼ਨਸ ਦਾ ਬਹੁਤ ਦੇਰ ਤੋਂ ਪ੍ਰੈਸ਼ਰ ਚੱਲ ਰਿਹਾ ਹੈ। ਇਹ ਐਸਾ ਨਹੀਂ ਹੈ ਕਿ ਇਹ ਇੱਕ ਦਿਨ ਦੇ ਵਿੱਚ ਡਿਸੀਜਨ ਹੋ ਗਈ ਹੈ। ਇਹ ਡਿਸੀਜਨ ਉਦੋਂ ਪਹਿਲੇ ਦੀ ਇਹਦੀ ਚਰਚਾ ਚੱਲ ਰਹੀ ਹੈ, ਜਦੋਂ ਇਲੈਕਸ਼ਨ ਦੇ ਵਾਸਤੇ ਕੈਂਪੇਨਿੰਗ ਵੀ ਨਹੀਂ ਸੀ ਸ਼ੁਰੂ ਹੋਈ, ਤੇ ਬਹੁਤ ਸੋਚ ਸਮਝ ਕੇ ਇਹ ਡਿਸੀਜਨ ਲਈ ਹੈ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਸਟ੍ਰੀਮਲਾਈਨ ਹੋ ਜਾਏ ਚੰਡੀਗੜ੍ਹ ਦੀ, ਤੇ ਇੱਕ ਹੱਥ ਦੇ ਵਿੱਚ ਆ ਜਾਏ। ਇਹਦੇ ਵਿੱਚ ਅਧੀਨ ਹੋਣਾ ਤੇ ਕਿਸੇ ਨੂੰ ਦਬਾਣਾ ਤੇ ਧੱਕਾ ਕਰਨਾ, ਇਹ ਆਲ ਦੀਸ ਥਿੰਗਸ ਆਰ ਨਾਟ ਇਨਵੋਲਵਡ ਇਨ ਦਿਸ। ਚੰਡੀਗੜ੍ਹ ਛੋਟੀ ਜਿਹੀ ਜਗ੍ਹਾ ਹੈਗੀ, ਉਹਨੂੰ ਅਧੀਨ ਕਰਕੇ ਕੋਈ ਕੀ ਕਰ ਲੇਗਾ। ਇਹਦੇ ਨਾਲ ਐਡਮਿਨਿਸਟ੍ਰੇਸ਼ਨ ਤੇ ਉਹਨੂੰ ਠੀਕ ਰੱਖਣ ਦੇ ਵਾਸਤੇ ਸਾਨੂੰ ਮੌਕਾ ਮਿਲ ਜਾਂਦਾ ਹੈ। ਬਾਕੀ ਇਹ 3 ਵਾਰ ਪਹਿਲੇ ਵੀ ਇਹ ਚੇਂਜ ਹੋਇਆ ਹੈ। ਸਰਵਿਸ ਕੰਡੀਸ਼ਨਸ ਨੂੰ ਸੈਂਟਰ ਦੇ ਨਾਲ ਲੈ ਕੇ ਜਾਂਦੇ। ਕੋਈ EMPLOYE ਜਿਹੜਾ ਉਹ ਜਦੋਂ ਤੱਕ ਆਪਣੇ EMPLOYER ਜਿਹੜਾ ਉਹ EMPLOYE ਨੂੰ ਖੁਸ਼ ਨਹੀਂ ਰੱਖੇਗਾ, ਉਹਦੇ ਕੋਲੋਂ ਕੰਮ ਕਿੱਦਾਂ ਲਏਗਾ। ਸੋ ਦੇयर ਵਾਸ ਅ ਪ੍ਰੋਬਲਮ ਓਵਰ ਦੇयर। ਗਵਰਨਮੈਂਟ ਸਰਵੈਂਟਸ ਦੀ ਡਿਮਾਂਡ ਸੀਗੀ, ਐਸੋਸੀਏਸ਼ਨ ਦਾ ਪ੍ਰੈਸ਼ਰ ਸੀਗਾ, ਜਿਹਦੇ ਨਾਲ ਕਿ ਇੱਕ ਸਹੀ ਡਿਸੀਜਨ ਲੈ ਲਈ ਹੈ। ਅਜੀਤ ਜੀ ਵੀ ਕਹਿ ਰਹੇ ਨੇ ਕਿ ਦੇ ਆਰ ਹੈਪੀ ਵਿਦ ਇਟ। ਸੋ ਇਹਨੂੰ ਮੇਰੇ ਹਿਸਾਬ ਦੇ ਨਾਲ ਪੋਲਿਟਿਸਾਈਜ਼ ਕਰਕੇ ਤੇ ਇਹ ਕਹਿਣਾ ਕਿ ਪੰਜਾਬ ਦੇ ਹੱਕ ਜਿਹੜੇ ਨੇ ਖਤਮ ਹੋ ਗਏ ਨੇ, ਜਿਹੜਾ ਪੰਜਾਬ ਦੀ ਜਿਹੜੀ ਪੋਲੀਟੀਕਲ ਬੈਟਲ ਹੈ ਉਹਦੇ ਵਿੱਚ ਅਸੀਂ ਪੰਜਾਬ ਦੇ ਨਾਲ ਹੀ ਖੜੇ। ਜਗਵੰਤ ਸਿੰਘ ਜੀ ਇੱਕ ਛੋਟਾ ਜਿਹਾ ਸਵਾਲ ਹੋਰ ਵੀ ਹੈਗਾ, ਮੈਂ ਨਿੱਜੀ ਤੌਰ ਤੇ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਤੁਸੀਂ ਆਰਮੀ ਦੇ ਵਿੱਚ ਵੀ ਰਹੇ ਹੋ, ਕਿ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਇਸ ਕੰਮ ਦੇ ਨਾਲ ਚੰਡੀਗੜ੍ਹ ਦੇ ਉੱਤੇ ਅਧਿਕਾਰ ਖੇਤਰ ਪੰਜਾਬ ਦਾ ਘਟੇਗਾ? ਤੁਹਾਨੂੰ ਮਹਿਸੂਸ ਨਹੀਂ ਹੋ ਰਹੀ ਇਹ ਗੱਲ? ਨਹੀਂ ਆਈ ਡੋਂਟ ਥਿੰਕ। ਅਗਰ ਤੁਸੀਂ ਬਿਊਰੋਕ੍ਰੈਟਿਕ ਤਰੀਕੇ ਨਾਲ ਦੇਖੋ ਨਾ, ਬਿਊਰੋਕਰੈਟਸ ਜਿਹੜੇ ਪਾਸਿਓਂ ਮਰਜ਼ੀ ਆਣ, ਉਹਨਾਂ ਨੂੰ ਤੇ ਗਵਰਨਮੈਂਟ ਆਫ ਦ ਡੇ ਦੇ ਅਧੀਨ ਹੀ ਕੰਮ ਕਰਨਾ ਪੈਂਦਾ ਹੈ। ਤੇ ਜਿੱਦਣ ਇਹ ਪੋਲੀਟੀਕਲੀ ਜਦੋਂ ਇਹ ਰਿਜ਼ੋਲਵ ਹੋ ਜਾਏਗਾ, ਤੇ ਆਟੋਮੈਟਿਕਲੀ ਜਿੰਨੇ ਇੱਥੇ ਬਿਊਰੋਕਰੈਟਸ ਨੇ ਉਹ ਸਾਰੇ ਬਾਹਰ ਚਲੇ ਜਾਣਗੇ, ਪੂਰੇ ਪੰਜਾਬ ਦੇ ਬਿਊਰੋਕਰੈਟਸ। ਚਲੋ ਮੈਂ 1 ਮਿੰਟ ਆ ਗਿਆ, ਇੱਕ ਕਰਕੇ ਹੁਣ ਮੈਂ ਰਿਪਲਾਈ ਅੱਗੇ ਲੈ ਕੇ ਉਦੋਂ ਤੱਕ ਉਹਨੂੰ ਠੀਕ ਹੈ ਅੱਗੇ ਟੌਪਿਕ ਨੂੰ ਅੱਗੇ ਵਧਾਣੇ। 1 ਮਿੰਟ ਚੰਦੂਮਾਰਾ ਸਾਹਿਬ, ਬਿਲਕੁਲ ਵਿਚਾਰ ਤਕਰਾਰ ਚੱਲਦੀ ਰਹੇਗੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ। ਜੀਤ ਸਿੰਘ ਹੋਰਾਂ ਤੋਂ ਇੱਕ ਰਿਪਲਾਈ ਲੈ ਲਵਾਂ।
ਅਜੀਤ ਸਿੰਘ ਜੀ, ਜਿਵੇਂ ਦੀ ਗੱਲ ਸ਼ੁਰੂਆਤ ਦੇ ਵਿੱਚ ਖਹਿਰਾ ਸਾਹਿਬ ਨੇ ਵੀ ਕਹੀ ਸੀਗੀ ਕਿ ਇਹ ਨਹੀਂ ਹੋ ਸਕਦਾ ਕਿ ਜਦੋਂ ਤੁਹਾਨੂੰ ਜਿੱਥੇ ਫਾਇਦਾ ਨਜ਼ਰ ਆਉਂਦਾ ਹੋਵੇ ਤੁਸੀਂ ਉਧਰ ਵੱਲ ਨੂੰ ਚਲੇ ਜਾਓ। ਇਸ ਤੋਂ ਪਹਿਲਾਂ ਵੀ 2-3 ਵਾਰ ਅਜਿਹਾ ਹੋਇਆ ਕਿ ਜਦੋਂ ਤੁਹਾਨੂੰ ਕੇਂਦਰ ਦੇ ਵਿੱਚ ਕੁਝ ਜ਼ਿਆਦਾ ਨਜ਼ਰ ਆਉਂਦਾ ਫਿਰ ਤੁਸੀਂ ਕੇਂਦਰ ਦੀ ਡਿਮਾਂਡ ਕਰਨ ਲੱਗ ਜਾਂਦੇ ਹੋ, ਜਦੋਂ ਪੰਜਾਬ ਦੇ ਸਕੇਲ ਵੱਧ ਜਾਂਦੇ ਨੇ ਫਿਰ ਤੁਸੀਂ ਪੰਜਾਬ 'ਚ ਕਹਿੰਦੇ ਹੋ ਕਿ ਸਾਨੂੰ ਪੇ ਸਕੇਲ ਪੰਜਾਬ ਦਾ ਦਿੱਤਾ ਜਾਣਾ ਚਾਹੀਦਾ। ਤੁਹਾਨੂੰ ਇੱਕ ਚੀਜ਼ ਤਾਂ ਡਿਸਾਈਡ ਕਰਨੀ ਪਏਗੀ ਨਾ। ਬਿਲਕੁਲ ਠੀਕ ਹੈ ਹਰਪ੍ਰੀਤ ਸਿੰਘ ਜੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਚੰਦਰ ਸ਼ੇਖਰ ਜੀ ਦੀ ਸਰਕਾਰ ਸੀ ਜਦੋਂ ਇਹ ਸਾਡੇ ਸੇਵਾ ਨਿਯਮ ਜਿਹੜੇ ਹੈ, ਸਾਡੀ EMPLOYEES ਦੀ ਹਮੇਸ਼ਾ 3 ਫੈਡਰੇਸ਼ਨਾਂ ਕੰਮ ਕਰਦੀਆਂ ਸੀ, ਫੈਡਰੇਸ਼ਨ ਆਫ UT EMPLOYEES ਐਂਡ ਵਰਕਰਸ, ਇੱਕ ਜਿਹੜੀ ਹੈ ਚੰਡੀਗੜ੍ਹ ਸਬੋਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਚੰਡੀਗੜ੍ਹ ਤੇ ਤੀਸਰੀ ਜਿਹੜੀ ਸੀਗੀ ਕੋਆਰਡੀਨੇਸ਼ਨ ਕਮੇਟੀ। ਠੀਕ ਹੈ, ਇਹਨਾਂ ਤਿੰਨੋਂ ਆਰਗੇਨਾਈਜੇਸ਼ਨਾਂ ਨੇ ਕਿਹਾ ਸੀ ਕਿ ਸਾਨੂੰ ਨੇਬਰਿੰਗ ਸਟੇਟ ਦੇ ਸਕੇਲ ਚਾਹੀਦੇ ਆ। ਲਾਲਚ ਵਸ ਕਹੇ ਹੋਣਗੇ, ਬਿਲਕੁਲ ਕਹੇ ਹੋਣਗੇ, ਕਿਉਂਕਿ ਪੰਜਾਬ ਦੇ ਸਕੇਲ ਵੱਧ ਸੀ। ਪਰ ਹੁਣ ਜਿਹੜਾ ਅਸੀਂ ਪੰਜਾਬ ਦੇ ਸੇਵਾ ਨਿਯਮ ਤਾਂ ਕਦੀ ਵੀ ਨਹੀਂ ਮੰਗੇ, ਕੰਡੀਸ਼ਨ ਆਫ ਸਰਵਿਸ ਤਾਂ ਪੰਜਾਬ ਦੀ ਕਦੀ ਵੀ ਨਹੀਂ ਮੰਗੀ ਅਸੀਂ, ਕਿਉਂਕਿ ਵੀ ਆਰ ਰਿਕੁਆਇਰਡ ਟੂ ਬੀ ਗਵਰਨਡ ਵਿਦ ਬਾਈ ਦਾ ਗਵਰਨਮੈਂਟ ਆਫ ਇੰਡੀਆ। 2-3 ਬਹੁਤ ਵੱਡੀਆਂ ਕਮੀਆਂ ਨੇ ਜਿਹੜੀਆਂ ਨੂੰ ਕੱਲ ਮਾਨਯੋਗ ਹੋਮ ਮਿਨਿਸਟਰ ਸਾਹਿਬ ਨੇ ਕਲੀਅਰ ਕੀਤਾ। ਚੰਡੀਗੜ੍ਹ ਦੇ EMPLOYEE ਭਰਤੀ ਜਿਹੜੇ ਆ ਉਹ ਹੁੰਦੇ ਸੀਗੇ ਸੈਂਟਰ ਦੇ ਹਿਸਾਬ ਨਾਲ, ਰਿਟਾਇਰ ਹੁੰਦੇ ਸੀ ਪੰਜਾਬ ਨਾਲ। ਉਸ ਤੋਂ ਇਲਾਵਾ ਅਸੀਂ ਕੰਪੈਨਸੇਟਡ ਅਪਾਇੰਟਮੈਂਟ ਤੇ ਸੀਲਿੰਗ ਸੈਂਟਰ ਦੀ ਲੱਗਦੀ ਸੀ 5% ਦੀ, ਤੇ ਪੋਸਟਾਂ ਜਿਹੜੀਆਂ ਸੀਗੀਆਂ ਉਹਦੀਆਂ ਹੁੰਦੀਆਂ ਸੀਗੀਆਂ। ਰੈਗੂਲਰਾਈਜੇਸ਼ਨ ਅਸੀਂ ਉਹਨੂੰ ਕਹਿੰਦੇ ਕਿ ਜੀ 2011 ਦੀ ਪੰਜਾਬ ਦੀ ਪਾਲਿਸੀ ਦੇ ਮੁਤਾਬਕ ਸਾਡੇ ਡੇਲੀ ਵੇਜਰ ਤੇ ਕੰਟਰੈਕਟ ਦੇ EMPLOYEE ਰੈਗੂਲਰ ਹੋਣਗੇ, ਪਰ ਉਹਦੇ ਵਿੱਚ ਇਹ ਸੀ ਕਿ ਪੋਸਟਾਂ ਦੀ ਸੈਂਕਸ਼ਨ ਸੈਂਟਰ ਨੇ ਦੇਣੀ ਸੀਗੀ। GFR ਜਿਹੜੇ ਸਾਨੂੰ ਸਾਰੇ ਪੰਜਾਬ ਦੇ ਲੱਗਦੇ ਸੀਗੇ, DFR ਸਾਰੇ ਸੈਂਟਰ ਦੇ ਲੱਗਦੇ ਸੀਗੇ। ਹੁਣ ਐਜ਼ ਪਰ ਐਗਜ਼ੈਕਟਲੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਇਨ ਟੋਟੋ ਇੰਪਲੀਮੈਂਟ ਹੋਇਆ ਕਿ ਨੇਬਰਿੰਗ ਸਟੇਟ ਦੇ ਸਕੇਲ, ਉਹ ਇਸ ਕਰਕੇ ਚਾਹੀਦੇ ਹਰਪ੍ਰੀਤ ਸਿੰਘ ਜੀ ਕਿ ਪੰਜਾਬ ਦੇ ਲੋਕਾਂ ਨੂੰ ਗਰਮੀਆਂ ਦੇ ਵਿੱਚ ਕੂਲਰ ਤੇ AC ਵੀ ਚਾਹੀਦੇ ਆ। ਦੂਸਰੀ ਗੱਲ ਇਹ ਹੈ ਕਿ ਸਰਦੀਆਂ ਦੇ ਵਿੱਚ ਸਾਨੂੰ ਗੀਜ਼ਰ ਵੀ ਚਾਹੀਦੇ ਆ, ਤੇ ਸਰਦੀਆਂ ਸਵੈਟਰ ਕੋਟੀਆਂ ਤੇ ਜੈਕਟਾਂ ਵੀ ਚਾਹੀਦੀਆਂ। ਉਹਦੇ ਤੋਂ ਬਾਅਦ ਸਾਰਾ ਕੁਝ ਮਿਲਾਣ ਤੋਂ ਬਾਅਦ, ਸਾਰਾ ਕੁਝ ਕਰਨ ਤੋਂ ਬਾਅਦ ਪੰਜਾਬ ਦੀ ਲੋੜਾਂ ਸਾਡੀਆਂ ਬਹੁਤ ਨੇ। ਸਾਨੂੰ ਪੁਡੂਚੇਰੀ ਦੇ ਨਾਲ ਉਹਨਾਂ ਦੇ ਨਾਲ ਸਕੇਲ ਦੇ ਦਿਓ। ਸਾਡੇ EMPLOYEES ਜਿਹੜੇ ਨੇ ਉਹਨਾਂ ਦੀ ਲੋੜਾਂ ਹੀ ਸਰੀਰਕ ਨਹੀਂ ਗੀਆਂ, ਉਹਨਾਂ ਨੂੰ ਉੱਥੇ ਹੀ ਸਾਰਾ ਕੁਝ ਖਾਣ ਨੂੰ ਮਿਲਦਾ, ਸਾਨੂੰ ਸਭ ਕੁਝ ਹੀ ਮੁੱਲ ਲੈਣਾ ਪੈਂਦਾ। ਔਰ ਬੜਾ ਉਸੇ ਇਸ ਕਰਕੇ ਨੇਬਰਿੰਗ ਸਟੇਟ ਦੇ ਸਕੇਲ ਤੇ ਸੈਂਟਰ ਦੇ ਸਰਵਿਸ ਕੰਡੀਸ਼ਨ, ਕਿਉਂਕਿ ਸੈਂਟਰ ਦੇ ਅਸੀਂ UT ਦੇ EMPLOYEE ਆ, ਸਾਨੂੰ ਇਸ ਗੱਲ ਦਾ ਪੋਲੀਟੀਸਾਈਜ਼ ਕਰਨ ਦਾ ਕੋਈ ਮਤਲਬ ਨਹੀਂ ਕਿ ਇਹਨੂੰ ਪੰਜਾਬ ਨਾਲ ਜੋੜਨਾ ਹੈ। ਮੈਂ ਤੇ ਕਹਿ ਰਿਹਾ ਕਿ ਸਾਡਾ ਪੋਲੀਟੀਕਲ ਸਿਸਟਮ ਕੱਲ ਨੂੰ ਜੇ ਪੇ ਸਕੇਲ ਪੰਜਾਬ ਦੇ ਵੱਧ ਹੋ ਗਏ ਤੁਸੀਂ ਤਾਂ ਫਿਰ ਵਾਪਸ ਆ ਜਾਓਗੇ, ਫਿਰ ਤੁਸੀਂ ਕਹੋਗੇ ਪੇ ਸਕੇਲ ਨਹੀਂ। ਪੇ ਸਕੇਲ ਤਾਂ ਅੱਜ ਵੀ ਅਸੀਂ ਪੰਜਾਬ ਦੇ ਮੰਗ ਰਹੇ ਹਾਂ, ਕੱਲ ਨਹੀਂ ਮੰਗਾਂਗੇ। ਹੁਣ ਮੇਰੀ ਗੱਲ ਸੁਣੋ ਨਾ, ਜੇ ਕੱਲ ਨੂੰ ਹੋਰ ਚੀਜ਼ਾਂ ਕੁਝ ਚੇਂਜ ਹੁੰਦੀਆਂ ਨੇ, ਫਿਰ ਜਦੋਂ ਤੁਹਾਡੀਆਂ ਡਿਮਾਂਡਸ ਇੱਥੇ ਆਣਗੀਆਂ ਕਿ ਨਹੀਂ ਸਾਨੂੰ ਹੁਣ ਤੁਸੀਂ ਪੰਜਾਬ ਦੇ ਅਧੀਨ ਲੈ ਲਓ, ਕੱਲ ਨੂੰ ਕੇਂਦਰ ਸਰਕਾਰ ਆਪਣੇ ਰੂਲ ਐਂਡ ਰੈਗੂਲੇਸ਼ਨ ਕੁਝ ਬਦਲਦੀ ਹੈ, ਤੁਸੀਂ ਫਿਰ ਆਓਗੇ ਪੰਜਾਬ ਵੱਲ? ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮੈਂ ਫਿਰ ਕਹਿ ਰਿਹਾ ਕਿ 66 ਦੇ ਵਿੱਚ ਬਦਲੇ, 76 ਦੇ ਵਿੱਚ ਬਦਲੇ, 76 ਦੇ ਵਿੱਚ ਲੈ ਕੇ ਆਂਦੇ ਚੰਦਰ ਸ਼ੇਖਰ ਸਰਕਾਰ ਕੋਲੋਂ ਮਨਜ਼ੂਰ ਕਰਾ ਕੇ ਲਿਆਂਦੇ। ਸਰਵਿਸ ਕੰਡੀਸ਼ਨ ਜਿਹੜੀ ਹੈ ਉਹ ਚੰਡੀਗੜ੍ਹ ਦੇ EMPLOYEES ਨੇ ਕਦੇ ਨਹੀਂ ਸੀ ਮੰਗੀ। ਤਿੰਨੋਂ ਫੈਡਰੇਸ਼ਨਾਂ ਸੀਗੀਆਂ, ਤਿੰਨੋਂ ਕਰ ਰਹੀਆਂ। ਹੁਣ ਹੋ ਸਕਦਾ ਹੈ ਕਿ ਬਈ ਇੱਕ ਚੰਡੀਗੜ੍ਹ ਦੇ ਵਿੱਚ ਕੋਈ ਪੋਲੀਟੀਕਲ ਐਫੀਲੀਏਸ਼ਨ ਜਿਨ੍ਹਾਂ ਦੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਹਿਜ਼ ਮਾਸਟਰਸ ਵਾਈਸ ਤੋਂ ਗੱਲ ਕਰਦੇ ਹੋਣਗੇ, ਪਰ ਚੰਡੀਗੜ੍ਹ ਦਾ ਜੋ ਕੁਝ ਮਿਲਿਆ ਮਾਨਯੋਗ ਗ੍ਰਹਿ ਮੰਤਰੀ ਨੇ ਦਿੱਤਾ ਹੈ। ਸਾਡੀ ਸ਼ੁਰੂ ਤੋਂ ਡਿਮਾਂਡ ਸੀ ਚੰਡੀਗੜ੍ਹ ਦੀ ਤਿੰਨੋਂ ਫੈਡਰੇਸ਼ਨਾਂ ਵੱਡੀਆਂ ਦੀ ਕਿ ਬਈ ਸਾਨੂੰ ਸੇਵਾ ਨਿਯਮ ਜਿਹੜੇ ਆ ਉਹ ਸੈਂਟਰ ਦੇ ਤੇ ਨੇਬਰਿੰਗ ਸਟੇਟ ਦੇ। ਹਾਂਜੀ ਚੰਦੂਮਾਜਰਾ ਸਾਹਿਬ, ਇਹਨਾਂ ਇਹ ਉਲਝਿਆ ਕਿਉਂ ਪਿਆ ਤਾਣਾ ਬਾਣਾ? ਇਹ ਸਮਝ ਤੋਂ ਬਾਹਰ ਹੈ। ਇਹ ਤਨਖਾਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੇ ਨਿਯਮਾਂ ਦੇ ਹਿਸਾਬ ਨਾਲ ਚਾਹੀਦੀ ਹੈ, ਰੂਲਸ ਅਸੀਂ ਸੈਂਟਰ ਦੇ ਮੰਨਣੇ ਨੇ, ਅਪਾਇੰਟ ਸਾਨੂੰ ਕੋਈ ਕਰਦਾ, ਰਿਟਾਇਰਮੈਂਟ ਸਾਡੀ ਕੋਈ ਹੁੰਦੀ ਹੈ। ਇਹ ਇੰਨਾ ਭੰਬਲ ਭੂਸੇ ਦੇ ਵਿੱਚ ਇਹ ਮਸਲਾ ਫਸਿਆ ਹੋਇਆ ਹੈ, ਇਹ ਬਾਹਰ ਨਿਕਲ ਸਕਦਾ ਕਦੇ ਕਿ ਨਹੀਂ ਨਿਕਲ ਸਕਦਾ? ਹਰਪ੍ਰੀਤ ਜੀ, ਮੈਂ ਜਿਹੜੀ ਗੱਲ ਕਹਿ ਰਿਹਾ ਵੀ ਮੁਲਾਜ਼ਮਾਂ ਦਾ ਇਹਦੇ ਵਿੱਚ ਇਹ ਮੰਗ ਸੀ ਨਹੀਂ ਸੀ, ਜਾਂ ਇਹਦੇ ਵਿੱਚ ਸਕੇਲ ਇਹ ਪੰਜਾਬ ਦੇ ਮੰਗਦੇ ਨੇ ਤੇ ਕੰਡੀਸ਼ਨਸ ਸੈਂਟਰ ਦੀਆਂ ਅਪਲਾਈ ਹੋਣ, ਇਹ ਇੱਕ ਡਿਫਰੈਂਟ ਚੈਪਟਰ ਆ। ਮਸਲਾ ਜਿਹੜਾ ਜਿਹਦੇ ਤੇ ਮੈਂ ਸਮਝਦਾ ਅੱਜ ਮੂਲ ਭਾਵਨਾ ਜਿਹੜੀ ਸਾਡੀ ਪੰਜਾਬ ਦੀ ਉਹ ਇਹ ਆ ਵੀ ਇੱਕ ਐਕਟ ਬਣ ਚੁੱਕਿਆ ਜਿਹਦੇ ਐਕਟ ਦੇ ਅਧੀਨ ਸੂਬਿਆਂ ਦੀ ਵੰਡ ਹੋਈ ਆ, ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਜੀ। ਉਹਦੀ ਜਿਹੜੀ ਮੂਲ ਭਾਵਨਾ ਸੀ ਉਹਦੀ ਉਲੰਘਣਾ ਜੇ ਚੁਣੀ ਹੋਈ ਸਰਕਾਰ ਇਹ ਕਰੂਗੀ, ਉਹ ਇੱਕ ਵਾਰੀ ਕਰਤੀ ਅੱਗੇ ਅੱਗੇ ਕਰੀ ਜਾਣੀ ਆ। ਕਹਿਣ ਤੋਂ ਭਾਵ ਵੀ ਅੱਜ ਇਹ ਕਰਤੇ ਆ ਬਿਨਾਂ ਪੰਜਾਬ ਨੂੰ ਕੌਨਫੀਡੈਂਸ ਵਿੱਚ ਲੱਤਿਆ ਹੋਇਆ, ਤਾਂ ਅੱਗੇ ਹੋਰ ਚੱਲੂਗਾ। ਪਰ ਮੈਂ ਇੱਕ ਬੇਨਤੀ ਜ਼ਰੂਰ ਤੁਹਾਨੂੰ ਇਹਨਾਂ ਆਪਣੇ ਸੱਜਣਾ ਨੂੰ, ਜਿਹੜੀਆਂ ਸਾਡੀਆਂ ਦੂਜੀ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਵੀ ਇਸ ਮੈਟਰ ਤੇ ਪੰਜਾਬ ਨੂੰ ਇਕਜੁੱਟਤਾ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਆ। ਹੁਣ ਮਨੀਸ਼ ਸਿਸੋਦੀਆ ਜੀ, ਮੈਂ ਤੁਹਾਨੂੰ ਦੱਸ ਰਿਹਾ ਵੀ ਉਦੋਂ ਨਾ ਭਗਵੰਤ ਮਾਨ ਜੀ ਬੋਲੇ ਜਦੋਂ ਪੰਜਾਬੀ ਦੀ ਗੱਲ ਹੋਈ ਲੋਕ ਸਭਾ ਦੇ ਵਿੱਚ, ਜਦੋਂ 60-40 ਦੀ ਅਨੁਪਾਤ ਘਟਾਉਣ ਦੀ ਗੱਲ ਹੋਈ ਉਦੋਂ ਨਹੀਂ ਬੋਲੇ ਹੈਗੇ। ਜਦੋਂ ਮੈਂ ਸਮਝਦਾ ਵੀ ਪੰਜਾਬ ਦੇ ਪਾਣੀਆਂ ਦੀ ਗੱਲ ਤੇ ਕਿਉਂ ਨਹੀਂ ਬੋਲਦੇ ਮਨੀਸ਼ ਸਿਸੋਦੀਆ ਜੀ? ਉਹਨਾਂ ਨੇ ਜਿਹੜਾ ਸਟੈਂਡ ਲੱਤਾ, ਮਨੀਸ਼ ਸਿਸੋਦੀਆ ਜੀ ਦੀ ਮੈਂ ਸਟੇਟਮੈਂਟ ਸੁਣ ਰਿਹਾ ਸੀ, ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ, ਉਹ ਕਹਿੰਦੇ ਨੇ ਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਬੀਜੇਪੀ ਨੇ ਅਟੈਕ ਕਰਤਾ। ਦੇਖੋ ਇਹ ਤਾਂ ਤੁਹਾਡੀ ਪੋਲਿਟਿਕਸ ਆ ਨਾ, ਐਸੇ ਇਸ਼ੂ ਤੇ ਤੁਸੀਂ ਆਪਣੀ ਪੋਲਿਟਿਕਸ ਚਮਕਾਉਣ ਲੱਗ ਜਾਓ। ਇਦਾਂ ਹੀ ਭੁੱਲਰ ਸਾਹਿਬ ਨੇ ਕਹਤੇ ਆ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਦੇ ਸਾਰੇ ਮਤਲਬ ਇਹਦਾ ਲਾਹਾ ਲੈ ਰਹੀ ਆ ਬੀਜੇਪੀ। ਕਹਿਣ ਤੋਂ ਭਾਵ ਵੀ ਇਹ
ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਸਿਟਕੋ ਦੀ ਗੱਲ ਹੋਈ, ਉਦੋਂ ਹੀ ਬਿਜਲੀ ਬੋਰਡ ਦੇ, ਮੈਂ ਤੁਹਾਨੂੰ ਦੱਸ ਰਿਹਾ ਹਰਪ੍ਰੀਤ ਜੀ, ਮੈਂ ਆਪ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਮਸਲਾ ਚੱਕਿਆ, ਪਰ ਨਾ ਮੁੱਖ ਮੰਤਰੀ ਕਾਂਗਰਸ ਦੇ ਨੇ ਉਸ ਸਮੇਂ ਹਾਮੀ ਭਰੀ, ਕੋਈ ਗੱਲ ਵੀ ਨਹੀਂ ਕੀਤੀ, ਜਵਾਬ ਵੀ ਨਹੀਂ ਦਿੱਤਾ, ਨਾ ਹੀ ਉਦੋਂ ਮੁੱਖ ਵਿਰੋਧੀ ਪਾਰਟੀ ਦੇ ਕਿਸੇ ਲੀਡਰ ਨੇ ਸਾਡੀ ਹਮਾਇਤ ਕੀਤੀ। ਮੈਂ ਅੱਜ ਕਹਿ ਰਿਹਾ ਵੀ ਦੇਖੋ ਇਹ ਮਸਲਾ ਮੂਲ ਰੂਪ ਵਿੱਚ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲਅੰਦਾਜ਼ੀ ਦਾ ਬਣ ਜਾਂਦਾ ਕਿਤੇ ਨਾ ਕਿਤੇ। ਅੱਜ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਬੈਠੇ ਨੇ, ਪਹਿਲੀ ਗੱਲ ਤਾਂ ਵੀ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ, ਮਾਨਯੋਗ ਮੁੱਖ ਮੰਤਰੀਆਂ, ਅਸੀਂ ਉਹਨਾਂ ਦੀ ਪਿੱਠ ਤੇ ਖੜੇ ਆ, ਉਹ ਚੱਲਣ, ਪਰ ਉਹਨਾਂ ਦੀ ਰਾਸ਼ਨ ਦੇ ਮੁੱਦੇ ਦੇ ਉੱਤੇ ਤਾਂ ਉਹ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਨੇ, ਪੀਸੀ ਹੁੰਦੀ ਹੈ ਇੱਕ ਤਰ੍ਹਾਂ ਦੀ, ਉਹ ਮੀਡੀਆ ਦੇ ਸਾਹਮਣੇ ਆਉਂਦੇ ਨੇ, ਪਰ ਐਡੇ ਗੰਭੀਰ ਮੁੱਦੇ ਦੇ ਉੱਤੇ ਕੇਵਲ ਇੱਕ ਟਵੀਟ। ਸੋ ਐਸੇ ਮੁੱਦੇ ਦੇ ਉੱਤੇ ਉਹਨਾਂ ਨੂੰ ਕੋਈ ਸੰਜੀਦਗੀ ਦਿਖਾਣੀ ਚਾਹੀਦੀ ਹੈ। ਮੈਂ ਅੱਜ ਜ਼ਰੂਰ ਕਹਿਣਾ ਤੁਹਾਡੇ ਚੈਨਲ ਦੇ ਜ਼ਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਦੇਖੋ, ਇੱਕ ਚਰਚਾ, ਸਾਡੇ ਤਾਂ ਇਲਜ਼ਾਮ ਨੇ, ਪਰ ਕਿਉਂਕਿ ਅੱਜ ਮਸਲਾ ਐਸਾ ਹੈ ਅਸੀਂ ਇਲਜ਼ਾਮ ਨਹੀਂ ਲਾ ਰਹੇ, ਪਰ ਸ਼ੰਕੇ ਤੇ ਚਰਚਾ ਹੈ। ਪੰਜਾਬ ਦੇ ਲੋਕਾਂ ਨੇ ਉਹ ਸ਼ੰਕਿਆਂ ਨੂੰ ਆਪਣੇ ਦਿਲ ਦੇ ਬਿਲਕੁਲ ਇੱਕ ਸਾਈਡ ਤੇ ਰੱਖ ਕੇ 92 ਸੀਟਾਂ ਤੁਹਾਨੂੰ ਜਿਤਾਈਆਂ, ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ, ਪਰ ਉਹ ਸ਼ੰਕੇ ਇਹ ਸੀ ਵੀ ਕਿਤੇ ਨਾ ਕਿਤੇ ਬੀਜੇਪੀ ਦੀ ਇੱਕ ਧੇਰਾ ਹੈ ਆਮ ਆਦਮੀ ਪਾਰਟੀ। ਸੋ ਐਸੇ ਮੁੱਦੇ ਦੇ ਉੱਤੇ ਮੈਂ ਸਮਝਦਾ ਉਹ ਸ਼ੰਕੇ ਉਨੀ ਦੇਰ ਤੱਕ ਦੂਰ ਨਹੀਂ ਹੁੰਦੇ ਜਿੰਨੀ ਦੇਰ ਤੱਕ ਤੁਸੀਂ ਮਨੀਸ਼ ਸਿਸੋਦੀਆ ਜੀ ਨੇ ਜੇ ਪੰਜਾਬ ਬਾਰੇ ਕੋਈ ਬੋਲਣਾ ਹੀ ਆ ਤਾਂ ਪੰਜਾਬ ਦੇ ਪਾਣੀਆਂ ਤੇ ਉਹਨਾਂ ਤੋਂ ਗੱਲ ਕਰਾਓ। ਅਸੀਂ ਮੰਨ ਲਾਂਗੇ ਵੀ ਇਹ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲਅੰਦਾਜ਼ੀ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਕਲੀਅਰ ਆ ਤੇ ਸਪਸ਼ਟ ਸਟੈਂਡ ਹੈ, ਇਸ ਮੁੱਦੇ ਤੇ ਸਾਡੇ ਅੱਗੇ ਹੋ ਕੇ ਲੜ ਸਕਦੀ ਆ। ਤੁਸੀਂ ਕਰਾਓ ਗੱਲ ਵੀ ਪੰਜਾਬ ਦੇ ਪਾਣੀਆਂ ਦੇ ਉੱਤੇ ਕੇਵਲ ਪੰਜਾਬ ਦਾ ਹੱਕ ਆ, ਦਿੱਲੀ ਦਾ ਉਹਦੇ ਤੇ ਕੋਈ ਅਧਿਕਾਰ ਨਹੀਂ ਹੈਗਾ। ਠੀਕ ਹੈ, ਹਾਂਜੀ ਖੇਰਾ ਸਾਹਿਬ। ਮੈਂ ਫਿਰ ਗੱਲ ਵਾਪਸ ਲਿਆਣਾ 13/1/1992 ਨੂੰ ਜਦੋਂ ਪੰਜਾਬ ਦੇ ਪੇ ਕਮਿਸ਼ਨ ਜਿਹੜਾ ਮੁੜ ਲਾਗੂ ਕਰ ਦਿੱਤਾ ਗਿਆ ਯੂਟੀ ਦੇ ਵਿੱਚ, ਤੇ ਉਹਦੇ ਵਿੱਚ ਇੱਕ ਉਪਬੰਧ ਕੀਤਾ ਗਿਆ ਕਿ ਇਹ ਵਨ ਟਾਈਮ ਸੈਟਲਮੈਂਟ ਆ, ਇਹਨੂੰ ਕਦੀ ਵੀ ਨਹੀਂ ਬਦਲਿਆ ਜਾ ਸਕਦਾ। ਤੇ ਹੁਣ ਇੱਕ ਸਾਡੇ ਹੋਮ ਜਿਹੜੇ ਮੰਤਰੀ ਆ, ਜਿਹੜੇ ਗ੍ਰਹਿ ਮੰਤਰੀ ਆ, ਉਹਨਾਂ ਦੇ ਇੱਕ ਕਹਿਣ ਤੇ ਇਹ ਸਾਰਾ ਰੂਲ ਬਦਲ ਦਿੱਤਾ ਜਾਵੇ। ਉਹ ਵਾਅਦਾ ਖਿਲਾਫੀ ਨਹੀਂ ਹੋਈ, ਉਹ ਵਾਅਦੇ ਕਿੱਥੇ ਗਏ? ਕੇਂਦਰ ਸਰਕਾਰ ਦੇ, ਚਾਹੇ ਕੋਈ ਵੀ ਸਰਕਾਰ ਹੋਵੇ, ਕਿਸੇ ਦੀ ਹੋਵੇ, ਪਰ ਅਸੀਂ ਤੇ ਕੇਂਦਰ ਕਵਾਂਗੇ। ਨੰਬਰ 1। ਨੰਬਰ 2, ਮੇਰੇ ਸਾਥੀ ਨੇ ਕਿਹਾ ਵੀ ਜਿਹੜੇ IAS ਅਫਸਰ ਉਹਦੇ ਕੇ ਸੈਂਟਰ ਦੇ ਹੁੰਦੇ ਹੋਗੇ, ਲੇਕਿਨ ਜਦੋਂ ਉਹਨਾਂ ਨੂੰ ਇੱਕ ਖਿੱਤਾ ਦੇ ਦਿੱਤਾ ਜਾ ਸਕਦਾ, ਜਦੋਂ ਪੰਜਾਬ ਚ ਆ ਕੇ ਤਾਂ ਪੰਜਾਬ ਗਵਰਨਮੈਂਟ ਦੇ ਅਧੀਨ ਕੰਮ ਕਰਦੇ, ਨਾ ਕਿ ਸੈਂਟਰ ਗਵਰਨਮੈਂਟ ਦੇ ਅਧੀਨ। ਜੋ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਹੁੰਦਾ, ਜੋ ਉਹਨਾਂ ਦੀ ਡਿਜ਼ਾਇਰ ਹੈ, ਜੋ ਉਹਨਾਂ ਦਾ ਵਰਕਿੰਗ ਸਟਾਈਲ, ਉਹਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ। ਜੇ ਡਿਊਟੀ ਦੇ ਵਿੱਚ ਸਾਰੇ ਹੀ ਕੇਂਦਰ ਦੇ ਅੰਡਰ ਆ ਕੇ ਤਾਂ ਕੇਂਦਰ ਦੇ ਹਿਸਾਬ ਨਾਲ ਕੰਮ ਕਰਨ। ਪੰਜਾਬ ਦਾ ਤਾਂ ਜਿਹੜਾ ਸਾਰਾ ਦਾਰੋਮਦਾਰੀ ਖਤਮ ਹੋ ਗਿਆ। ਤੀਸਰੀ ਗੱਲ ਆ, ਜੇ ਕਾਂਗਰਸ ਦੀ ਗੱਲ ਕਰਾਂ, ਉਹ ਇੰਨਾ ਕਹਿ ਰਹੇ ਨੇ ਵੀ ਆ ਗਲਤ ਕੀਤਾ ਤੇ 17/7/2020 ਤੋਂ ਬਾਅਦ ਜਿਹੜੀ ਲੈਟਰ ਇਸ਼ੂ ਹੋਈ ਆ ਨੋਟੀਫਿਕੇਸ਼ਨ, ਉਹਦੇ ਵਿੱਚ ਕਿਹਾ ਗਿਆ ਕੇਂਦਰ ਦੇ ਜਿਹੜੇ ਪੇ ਸਕੇਲ ਆ ਉਹ ਪੰਜਾਬ ਦੇ ਉੱਤੇ ਵੀ ਲਾਗੂ ਕੀਤੇ ਗਏ ਨੇ, ਕਰ ਦਿੱਤੇ ਗਏ ਨੇ। ਜੋ ਵੀ ਨਵੀਂ ਭਰਤੀ 17/7/2020 ਤੋਂ ਬਾਅਦ ਉਹ ਕਿਉਂ ਕੀਤੀ ਗਈ, ਉਹ ਕਿਵੇਂ, ਉਹ ਬੋਲਣ ਦੇ ਹੱਕਦਾਰ ਹੀ ਨਹੀਂ ਹੈਗੇ। ਉਦੋਂ ਬੋਲਦੇ ਜਦੋਂ ਕਿ ਉਦੋਂ ਨਹੀਂ ਸੀ ਹੈਗਾ ਪੰਜਾਬ ਵਰਸਸ ਸੈਂਟਰ ਦਾ ਮਸਲਾ, ਹੁਣ ਜ਼ਿਆਦਾ ਬਣ ਗਿਆ। ਸੋ ਜਿੰਨੀਆਂ ਪੋਲੀਟੀਕਲ ਪਾਰਟੀਆਂ ਜ਼ਿਆਦਾਤਰ ਇਹ ਆਪਣਾ ਸੂਤ ਦੇਖਦੀ ਹੈ ਵੀ ਮੇਰਾ ਕਿੱਥੇ ਆ ਗਿਆ, ਉਵੇਂ ਪੰਜਾਬ ਨੂੰ ਫਿਰ ਰੌਲਾ ਪਾ ਲਾਂਗੇ ਜਦੋਂ ਆਪੋਜੀਸ਼ਨ ਚ ਆ ਜਾਂਦੀਆਂ। ਸੋ ਇਹ ਗੱਲਾਂ ਪੰਜਾਬ ਨਾਲ ਵਧੀਕੀ ਹੁੰਦੀ ਰਹੀ ਹੈ, ਉਦੋਂ ਤੱਕ ਨਹੀਂ ਰੁਕਣੀ ਜਿੰਨੀ ਦੇਰ ਤੱਕ ਆਪਾਂ ਲੋਕ ਜਿਹੜੇ ਵਿਚਾਰਵਾਨ ਨਹੀਂ ਹੁੰਦੇ ਔਰ ਇਹ ਜਿਹੜੀਆਂ ਚੀਜ਼ਾਂ ਦਾ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਆਹੋ, ਕੱਲ ਜਦੋਂ ਅਮਿਤ ਸ਼ਾਹ ਹੁਰੀ ਸੰਬੋਧਨ ਕਰ ਰਹੇ ਸੀ ਤਾਂ ਜਿਸ ਲਹਿਜੇ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ, ਉਥੋਂ ਥੋੜਾ ਜਿਹਾ ਲੱਗ ਰਿਹਾ ਸੀਗਾ ਕਿ ਪੋਲੀਟੀਕਲ ਪੰਗਾ ਹੋਊਗਾ। ਉਹਨਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਪੋਲੀਟੀਕਲ ਪਾਰਟੀਆਂ ਨੂੰ ਇਹ ਗੱਲ ਰਾਸ ਆਉਣ ਵਾਲੀ ਨਹੀਂ ਹੈ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਡਿਮਾਂਡਸ ਤਾਂ ਹੋਰ ਵੀ ਬੜੀਆਂ ਜਥੇਬੰਦੀਆਂ ਦੀਆਂ ਹੁੰਦੀਆਂ ਨੇ। ਹੁਣ ਗੱਲ ਸਿਰਫ ਇਹ ਕਹਿ ਦੇਣੀ ਕਿ ਡਿਮਾਂਡ ਸੀਗੀ ਇਸ ਕਰਕੇ ਡਿਮਾਂਡ ਨੂੰ ਪੂਰਾ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੇ ਕੋਲ ਹਜ਼ਾਰਾਂ ਨਹੀਂ ਲੱਖਾਂ ਡਿਮਾਂਡਸ ਹੋਣੀਆਂ। ਐ ਤਾਂ ਡਿਮਾਂਡ ਪੰਜਾਬ ਦੀ ਕਿੰਨੇ ਲੰਬੇ ਚਿਰ ਤੋਂ ਚੱਲਦੀ ਆ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ। ਬੀਜੇਪੀ ਦੇ ਬੁਲਾਰੇ ਵੀ ਕਰਨੇ ਕਿ ਠੀਕ ਹੈ ਚੰਡੀਗੜ੍ਹ ਤੇ ਸਾਡਾ ਹੱਕ ਬਣਦਾ, ਤੇ ਉਹ ਡਿਮਾਂਡ ਨੂੰ ਅੱਖੋਂ ਪਰੋਖੇ ਕੀਤਾ ਗਿਆ। ਪਰ ਇਹ ਡਿਮਾਂਡ ਪੂਰੀ ਕਰ ਦਿੱਤੀ ਗਈ ਕਿ ਚੰਡੀਗੜ੍ਹ ਦੇ ਜਿਹੜੇ ਮੁਲਾਜ਼ਮ ਨੇ ਉਹ ਉਹਨਾਂ ਦਾ ਅਧਿਕਾਰ ਖੇਤਰ ਕੇਂਦਰ ਦੇ ਅਧੀਨ ਆ ਜਾਏਗਾ। ਹੁਣ ਸਵਾਲ ਇਹ ਖੜਾ ਹੁੰਦਾ ਕਿ ਇੱਥੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੁਣ ਕਿਹਦੀ ਬਣਦੀ ਹੈ? ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ, ਕਿਉਂਕਿ ਇੱਕ ਵੱਡੀ ਧਿਰ ਨੇ। ਮੋਰੀਆ ਸਾਹਿਬ, ਸਵਾਲ ਘੁੰਮ ਫਿਰ ਕੇ ਫਿਰ ਉੱਥੇ ਹੀ ਆ ਜਾਂਦਾ ਹੈ ਕਿਉਂਕਿ ਇੱਕ ਸਖਤ ਸਟੈਂਡ ਲੈਣਾ ਪਏਗਾ ਤੁਹਾਨੂੰ। ਜਿਵੇਂ ਹੁਣ ਇੱਕ ਬੁਲਾਰੇ ਨੇ ਦੱਸਿਆ ਕਿ ਭਗਵੰਤ ਮਾਨ ਹੁਰੀ ਨੇ ਅੱਜ ਲਾਈਵ ਹੋ ਕੇ ਕਿਹਾ ਕਿ ਰਾਸ਼ਨ ਘਰ ਘਰ ਪਹੁੰਚੇਗਾ। ਬਹੁਤ ਵਧੀਆ ਗੱਲ ਹੈ, ਵੈਲਕਮ ਸਟੈਪ ਹੈ ਤੁਹਾਡਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਤੋਂ ਜ਼ਿਆਦਾ ਜ਼ਰੂਰੀ ਸੀਗਾ ਕਿ ਚੰਡੀਗੜ੍ਹ ਤੇ ਆਪਣਾ ਅਧਿਕਾਰ ਖੋਂਦਾ ਜਾਂਦਾ ਦੇਖ ਕੇ ਲਾਈਵ ਹੋ ਕੇ ਇਹ ਕਿਹਾ ਜਾਣਾ ਕਿ ਅਸੀਂ ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੇ ਨਾਲ ਖੜੇ ਆ ਔਰ ਚੰਡੀਗੜ੍ਹ ਲੈ ਕੇ ਰਵਾਂਗੇ? ਇਹ ਜ਼ਿਆਦਾ ਵੱਡਾ ਮੁੱਦਾ ਨਹੀਂ? ਸਤਿਕਾਰਯੋਗ ਹਰਪਾਲ ਚੀਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉਹਦੇ ਵਿੱਚ ਕਿਹਾ ਕਿ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਪੂਰਾ ਹੈ, ਚੰਡੀਗੜ੍ਹ ਸਾਡਾ ਹੈ। ਔਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਜੀ ਬੋਲੇ ਨਹੀਂ, ਭਗਵੰਤ ਮਾਨ ਜੀ
ਪ੍ਰੋਪਰ ਇੱਥੇ ਸਟੈਂਡ ਲੈ ਰਹੇ ਹੈ। ਹਰਪਾਲ ਜੀ ਚੀਮਾ ਜੀ ਬਿਲਕੁਲ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ। ਸਾਡਾ ਹਰੇਕ ਲੀਡਰ ਬੋਲ ਰਿਹਾ ਇਹ ਜਿਹੜੇ ਹੱਕ ਮਾਰਨ ਦੀ ਜਿਹੜੀ ਨੀਤੀ ਹੈ ਉਹ ਕੇਂਦਰ ਸਰਕਾਰ ਦੀ, ਚਾਹੇ ਉਹ ਕਾਂਗਰਸ ਗਵਰਨਮੈਂਟ ਰਹੀ ਹੋਵੇ ਚਾਹੇ ਮੌਜੂਦਾ ਸਰਕਾਰ ਰਹੀ ਹੋਵੇ, ਇਹ ਲੋਕ ਹਮੇਸ਼ਾ ਪੰਜਾਬ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹੈ। ਔਰ ਇਹ ਜਦੋਂ ਕੱਲ ਚੰਡੀਗੜ੍ਹ ਆਪਣੇ ਅਮਿਤ ਸ਼ਾਹ ਜੀ ਆਏ ਸੀ ਉਦੋਂ ਹੀ ਇਸ਼ਾਰਾ ਕਰ ਗਏ ਸੀ ਕਿ ਅਸੀਂ ਕੁਝ ਨਾ ਕੁਝ ਇਹੋ ਜਿਹਾ ਕਰਨ ਲੱਗੇ ਹਾਂ। ਤੁਸੀਂ ਦੇਖੋ BSF ਦੀ ਜਿੱਥੇ ਤੱਕ ਇਹਨਾਂ ਨੇ ਰੇਂਜ ਵਧਾਉਣ ਦੀ ਗੱਲ ਕੀਤੀ ਹੋਵੇ, ਤੁਸੀਂ ਇੱਕ ਹੋਰ ਦੇਖਣਾ ਇਹ ਜਿਹੜੇ ਸਟੇਟ ਇਹਨਾਂ ਦੇ ਅੰਡਰ ਨਹੀਂ ਹੈ ਇਹਨਾਂ ਨੇ ਕਹਿਣਾ ਕਿ ਜੀ ਅਸੀਂ ਨਸ਼ੇ ਦੇ ਖਿਲਾਫ ਕੁਝ ਚੌਂਕੀਆਂ ਸਥਾਪਿਤ ਕਰ ਰਹੇ ਹਾਂ ਜਾਂ ਕੋਈ ਪੁਲਿਸ ਦੇ ਅਸੀਂ ਕੁਝ ਚਾਕ ਚੌਬੰਦ ਕਰੇ ਕੇਂਦਰ ਦੀ ਨਿਗਰਾਨੀ ਦੇ ਵਿੱਚ। ਇਹ ਸਾਰੇ ਜਿਹੜੀ ਸਟੇਟਸ ਹੈਗੀਆਂ ਉਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਨ ਦੇ ਇਹਨਾਂ ਨੇ ਵਿਧੀਵਤ ਸਟੈਪ ਬਾਈ ਸਟੈਪ ਜਿਹੜੇ ਇਹਨਾਂ ਦੇ ਜਿਹੜੇ ਸਕੀਮਸ ਹੈਗੀਆਂ ਉਹ ਕਰ ਰਹੇ ਆ। ਲੇਕਿਨ ਪੰਜਾਬ ਜਿਹੜਾ ਵਾ ਉਹ ਸੂਰਮਿਆਂ ਦੀ ਧਰਤੀ ਹੈ। ਇਹਨਾਂ ਨੂੰ ਹਲੇ ਪਿੱਛੇ ਜੇ ਮਾਫੀ ਮੰਗਣੀ ਪਈ ਸੀ ਜਦੋਂ ਇਹਨਾਂ ਨੇ 3 ਕਾਲੇ ਕਾਨੂੰਨ ਲਿਆਂਦੇ ਸੀ ਕਿਸਾਨ ਦੇ, ਔਰ ਬਾਅਦ ਵਿੱਚ ਇਹਨਾਂ ਨੇ ਮਾਫੀ ਮੰਗ ਕੇ ਛੁਟਕਾਰਾ ਪਾਇਆ ਔਰ ਪੰਜਾਬ ਦੇ ਵਿੱਚ ਸਿਆਸੀ ਚਾਲਾਂ ਚੱਲੀਆਂ ਚੋਣਾਂ ਵੇਲੇ। ਅਸੀਂ ਆਮ ਆਦਮੀ ਪਾਰਟੀ ਸਾਡੀ ਸਰਕਾਰ ਹੈ, ਅਸੀਂ ਕਿਸੇ ਵੀ ਗੱਲੋਂ ਚੰਡੀਗੜ੍ਹ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਵਾਂਗੇ। ਸਾਡਾ ਸਟੈਂਡ ਬਿਲਕੁਲ ਕਲੀਅਰ ਹੈ, ਚੰਡੀਗੜ੍ਹ ਸਾਡਾ। ਔਰ ਜਿੱਥੇ ਤੱਕ ਜੇ ਸੰਵਿਧਾਨ ਦੀ ਵੀ ਗੱਲ ਕਰੀਏ ਤਾਂ 60-40 ਦੀ ਜਿਹੜੀ ਰੇਸ਼ੋ ਹੈਗੀ ਹੈ, 40% ਹਰਿਆਣੇ ਦੇ ਜਿਹੜੇ EMPLOYE ਉੱਥੇ ਲਾਗੂ ਹੁੰਦੇ ਆ, ਉਹਨਾਂ ਨੂੰ ਨੌਕਰੀਆਂ ਮਿਲਦੀਆਂ, 60% ਪੰਜਾਬੀਆਂ ਨੂੰ ਨੌਕਰੀਆਂ ਮਿਲਦੀਆਂ। ਚਲੋ ਇਹ ਸਵਾਲ ਪੁੱਛਣਾ ਚਾਹੁੰਦੇ ਨੇ, ਬੋਲੋ ਜੀ। ਹੱਕ ਹੈ ਇਹਦਾ ਅਸੀਂ ਬਰਕਰਾਰ ਰੱਖਾਂਗੇ ਔਰ ਚੰਡੀਗੜ੍ਹ ਦੇ ਉੱਤੇ ਸਾਡਾ ਜੈਵੰਤ ਸਿੰਘ ਜੀ ਇੱਕ ਮਿੰਟ ਆਇਆ, ਹੱਥ ਖੜਾ ਕਰਨੇ ਜਲਦੀ ਚੰਡੀਗੜ੍ਹ ਅਸੀਂ ਲੈ ਕੇ ਰਵਾਂਗੇ। ਹਰਪ੍ਰੀਤ ਜੀ ਮੇਰੀ ਬੇਨਤੀ ਆ ਤੁਹਾਡੇ ਜ਼ਰੀਏ ਆਮ ਆਦਮੀ ਪਾਰਟੀ ਦੇ ਬੁਲਾਰਾ ਸਤਿਕਾਰਯੋਗ ਬੁਲਾਰੇ ਨੇ ਕਿ ਇੱਕ ਅੱਜ ਮੁਲਾਜ਼ਮਾਂ ਦੀ ਯੂਟੀ ਦੇ ਮੁਲਾਜ਼ਮਾਂ ਦੀ ਭਾਵਨਾ ਪੰਜਾਬ ਦੇ ਨਾਲ ਆ, ਕੋਈ ਵੱਖਰੀ ਨਹੀਂ ਹੈਗੀ। ਆਪਣੇ ਪੇ ਕਮਿਸ਼ਨ ਕਰਕੇ ਬਹੁਤ ਵਧੀਆ ਗੱਲ ਕਹੀ ਖਹਿਰਾ ਸਾਹਿਬ ਨੇ ਵੀ ਉਦੋਂ ਵੀ ਜਦੋਂ ਸੈਂਟਰਲ ਪੇ ਕਮਿਸ਼ਨ ਨਾਲ ਲਾਗੂ ਕੀਤੇ ਸੀ ਪੰਜਾਬ ਸਰਕਾਰ ਨੇ ਨਵੀਂ ਭਰਤੀ ਨੂੰ, ਕੇਵਲ ਅਕਾਲੀ ਦਲ ਨੇ ਵਿਰੋਧ ਕੀਤਾ ਸੀ। ਉਦੋਂ ਆਮ ਆਦਮੀ ਪਾਰਟੀ ਉਦੋਂ ਵੀ ਨਹੀਂ ਬੋਲੀ ਸੀਗੀ। ਪਰ ਅੱਜ ਮੈਂ ਬੇਨਤੀ ਕਰਦਾ ਵੀ ਅੱਜ ਭਾਵਨਾ ਸਾਡੇ ਨਾਲ ਆ, 6ਵਾਂ ਪੇ ਕਮਿਸ਼ਨ ਕਲੈਰਿਟੀ ਦੇ ਨਾਲ ਲਾਗੂ ਕਰ ਦਿਓ। ਮੁਲਾਜ਼ਮਾਂ ਦੀ ਭਾਵਨਾਵਾਂ ਜਿਹੜੀਆਂ ਯੂਟੀ ਦੇ ਮੁਲਾਜ਼ਮਾਂ ਦੀਆਂ ਉਹਨਾਂ ਨੂੰ ਬਣਾਈ ਰੱਖਣ ਵਾਸਤੇ, ਆਪਣੇ ਨਾਲ ਜੋੜ ਕੇ ਰੱਖਣ ਲਈ ਇਹ ਜ਼ਰੂਰੀ ਆ। ਸੋ ਇਹਨੂੰ ਜਲਦੀ ਤੋਂ ਜਲਦੀ ਮੈਂ ਸਮਝਦਾ ਆਉਣ ਵਾਲੇ ਦਿਨਾਂ ਦੇ ਵਿੱਚ ਲਾਗੂ ਕਰਨਾ ਚਾਹੀਦਾ। ਹਾਂਜੀ ਹਾਂਜੀ ਮੋਰੀਆ ਸਾਹਿਬ, ਭਗਵੰਤ ਮਾਨ ਜੀ ਨੇ ਪਹਿਲੀ ਕੈਬਨਿਟ ਦੇ ਵਿੱਚ 25000 EMPLOYE ਦੀ ਭਰਤੀ ਦੀ ਗੱਲ ਕੀਤੀ। ਸਰ ਮੈਂ ਪੰਜਾਬ ਦੇਖੋ ਉਹੀ ਗੱਲ ਹੋ ਗਈ ਨਾ, ਫਿਰ ਪੇ ਸਕੇਲ ਦੀ ਗੱਲ ਕਰ ਰਹੇ ਹਾਂ। ਪੇ ਸਕੇਲ ਸੈਂਟਰ ਨੇ 7ਵਾਂ ਵੀ ਲਾਗੂ ਕਰਤੇ ਤੇ ਆਪਣੇ ਤੋਂ 6ਵਾਂ ਨਹੀਂ ਲਾਗੂ ਹੋਇਆ ਹੈਗਾ। ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਜ਼ਰੂਰੀ ਫੌਰੀ ਤੌਰ ਤੇ ਲਾਗੂ ਕਰਨ ਦੀ ਲੋੜ ਆ ਤਾਂ ਕਿ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਆਪਣੇ ਨਾਲ ਜੁੜੇ ਰਹਿਣ, ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਰਹਿਣ। ਜੁਮਾ 4 ਦਿਨ ਹੋਏ ਸੱਤਾ ਦੇ ਬਜਾਏ 10 ਦਿਨਾਂ ਵਿੱਚ ਅਸੀਂ 11-12 ਕੰਮ ਕਰ ਦਿੱਤੇ ਹੈ। ਠੀਕ ਹੈ, ਚਲੋ ਇੰਤਜ਼ਾਰ ਰਹੇਗਾ। ਇਹ ਵਿੱਚ ਕੰਮ ਕਰਕੇ ਦਿਖਾਇਆ ਜੇ ਅਸੀਂ ਪੇ ਸਕੇਲ ਲਾਗੂ ਕਰ ਦਿੰਦੇ ਆ ਤਾਂ ਫਿਰ ਉਹ ਭਾਵਨਾ ਬਣੀ ਰਹੇਗੀ ਕਿ ਠੀਕ ਹੈ ਤਨਖਾਹ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਵਾਲੇ ਪਾਸੇ ਜ਼ਿਆਦਾ ਮਿਲ ਰਹੀ ਹੈ, ਕੇਂਦਰ ਤੋਂ ਘੱਟ ਮਿਲ ਰਹੀ ਹੈ। ਸੋ ਮੁਲਾਜ਼ਮਾਂ ਨੂੰ ਕੋਲ ਬਿਠਾ ਕੇ ਰੱਖਣਾ ਹੈ, ਜੇ ਆਪਣੇ ਨਾਲ ਬੰਨ ਕੇ ਰੱਖਣਾ ਤੇ ਆਪਾਂ ਨੂੰ ਕਦਮ ਚੁੱਕਣਾ ਪੈਣਾ। ਇੱਕ ਮਿੰਟ ਆ ਗਿਆ, ਮੈਂ ਜੈਵੰਤ ਸਿੰਘ ਜੀ ਦੇ ਰਿਪਲਾਈ ਲਈਏ ਫਿਰ ਭੁੱਲਰ ਸਾਹਿਬ ਕੋਲ ਠੀਕ ਹੈ। ਹਾਂਜੀ ਜੈਵੰਤ ਸਿੰਘ ਜੀ ਬੋਲੋ। ਸਾਰੀਆਂ ਮੰਗਾਂ ਜਿਹੜੀਆਂ ਆਪਣੀ ਹਾਂ ਇਹ ਹਰਪ੍ਰੀਤ ਜੀ ਇਹਨਾਂ ਦਾ ਟਾਈਮ ਹੋ ਗਿਆ, ਮੈਨੂੰ ਆਪਣਾ ਗੱਲ ਕਰਨ ਦਿਓ। ਹਾਂਜੀ ਹਾਂਜੀ ਜੈਵੰਤ ਸਿੰਘ ਜੀ ਬੋਲੋ। ਮੋਰੀਆ ਸਾਹਿਬ ਇੱਕ ਮਿੰਟ ਆਇਆ। ਹਾਂਜੀ ਭੁੱਲਰ ਸਾਹਿਬ। ਹਰਪ੍ਰੀਤ ਜੀ ਇਹਨਾਂ ਦਾ ਟਾਈਮ ਹੋ ਗਿਆ। ਹਾਂਜੀ ਹਾਂਜੀ ਬੋਲੋ ਜੈਵੰਤ ਸਿੰਘ ਜੀ ਬੋਲੋ। ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੌਰੀਆ ਸਾਹਿਬ ਨੂੰ ਨਾ ਆਪਣੀ ਬੜੀ ਉਹ ਮਤਲਬ ਉਤਸ਼ਾਹ ਦੇ ਨਾਲ ਉਹ ਗੱਲਾਂ ਕਰ ਦਿੰਦੇ ਨੇ ਕਿ BSF ਦੀ ਉਹਨਾਂ ਨੇ ਗੱਲ ਕੀਤੀ ਹੈ। ਮੈਂ ਉਹਨਾਂ ਨੂੰ ਯਾਦ ਕਰਾ ਦੇਵਾਂ ਕਿ ਉਹਨਾਂ ਦੇ ਚੀਫ ਮਿਨਿਸਟਰ ਸਾਹਿਬ ਜਦੋਂ ਗਏ ਸੀਗੇ ਹੁਣ ਨਰਿੰਦਰ ਮੋਦੀ ਜੀ ਨੂੰ ਮਿਲਣ ਵਾਸਤੇ, ਪ੍ਰਾਈਮ ਮਿਨਿਸਟਰ ਨੂੰ, ਤੇ ਉੱਥੇ ਉਹਨਾਂ ਨੇ BSF ਤੇ 50 ਕਿਲੋਮੀਟਰ ਦੀ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ, ਨਾ ਹੀ ਉਹਨਾਂ ਨੇ ਉੱਥੇ ਮੰਗ ਰੱਖੀ ਕਿ ਇਹਨੂੰ ਤੁਸੀਂ ਘੱਟ ਕਰੋ। ਇਨਫੈਕਟ ਉਹਨਾਂ ਨੇ ਇਹ ਕਿਹਾ ਕਿ ਸਾਨੂੰ 50,000 ਕਰੋੜ ਰੁਪਇਆ ਹੋਰ ਦੇ ਦਿਓ ਕਿਉਂਕਿ ਸਾਡੇ ਉੱਥੇ ਸਿਕਿਉਰਿਟੀ ਦੀ ਪ੍ਰੋਬਲਮ ਹੈਗੀ ਹੈ ਤੇ ਅਸੀਂ ਰਲ ਮਿਲ ਕੇ ਉਹਨੂੰ ਠੀਕ ਕਰਾਂਗੇ। ਸੋ ਉੱਥੇ ਜਾ ਕੇ ਕੁਝ ਹੋਰ ਕਹਿਣਾ, ਇੱਥੇ ਆ ਕੇ ਕੁਝ ਹੋਰ ਕਹਿਣਾ, ਇਹ ਠੀਕ ਨਹੀਂ ਹੁੰਦਾ। ਦੂਸਰੀ ਗੱਲ, ਇਹ ਜਿਹੜੀ ਹੁਣ ਕੋਰਸ ਕਰੈਕਸ਼ਨ ਹੋਈ ਹੈ ਇਹ ਬਾਈਂਡਿੰਗ ਹੈ, ਐਟਲੀਸਟ BJP ਸਰਕਾਰ ਵਾਸਤੇ ਤੇ ਬਾਈਂਡਿੰਗ ਹੈ। ਸਾਡੀ ਕੋਈ ਇੰਟੈਂਸ਼ਨ ਨਹੀਂ ਹੈ ਕਿ ਅਸੀਂ ਇਹਨੂੰ ਦੁਬਾਰਾ ਕਿਸੇ ਤਰ੍ਹਾਂ ਚੇਂਜ ਕਰੀਏ। ਜੋ ਅਸੀਂ ਡਿਮਾਂਡਸ EMPLOYEES ਦੀ ਮੰਨਣੀਆਂ ਸੀਗੀਆਂ ਉਹ ਮੰਨ ਲਈਆਂ ਨੇ, ਇਹਦੇ ਅੱਗੇ ਹੋਰ ਕੁਝ ਨਹੀਂ ਹੋਣ ਵਾਲਾ। ਦਿਸ ਇਜ਼ ਵਾਟ ਇਜ਼ ਗੋਇੰਗ ਟੂ ਬੀ ਬਾਈਂਡਿੰਗ ਐਂਡ ਦਿਸ ਇਜ਼ ਆਲਸੋ ਕਰੈਕਟ। ਜੈਵੰਤ ਸਿੰਘ ਜੀ 30 ਸਾਲਾਂ ਤੋਂ ਜਿਹੜੇ ਬੰਦੇ 40 ਸਾਲਾਂ ਤੋਂ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਪੱਕਾ ਕੀਤਾ ਉਹ ਵਿਚਾਰੇ ਡੇਲੀ ਵੇਜਰ ਹੀ ਨੇ। ਉਹਨਾਂ ਨੂੰ ਕੋਰਟਾਂ ਦੇ ਫੈਸਲੇ ਤੋਂ ਬਾਅਦ ਵੀ ਤੁਸੀਂ ਸੈਂਟਰ ਗਵਰਨਮੈਂਟ ਉਹਨਾਂ ਦੀ ਪ੍ਰਮੋਸ਼ਨਾਂ ਦੀ, ਉਹਨਾਂ ਦੀ ਰੈਗੂਲਰਾਈਜੇਸ਼ਨ ਦੀ ਪਰਮਿਸ਼ਨ ਨਹੀਂ ਦਿੰਦੀ। ਉਹਨਾਂ ਨੂੰ ਕੰਟਰੈਕਚੁਅਲ EMPLOYEES ਨੂੰ ਰੈਗੂਲਰ ਕਰਨ ਦੀ ਕੋਈ ਸਿਕਿਉਰਡ ਪਾਲਿਸੀ ਨਹੀਂ ਹੈ। ਉਹ ਇੰਟਰੋਡਿਊਸ ਵੀ ਕਰਾ ਦਿਓ, ਅਸੀਂ ਤੁਹਾਡੇ ਗੁਣ ਗਾਵਾਂਗੇ।
ਅਸੀਂ ਬੜੀ ਆਸ ਲਾ ਕੇ ਬੜੀ ਨੀਝ ਨਾਲ ਤੱਕਦੇ ਆ ਤੁਹਾਡੇ ਵੱਲ। ਨਹੀਂ ਤੁਸੀਂ ਬੈਠੇ ਹੋਏ ਉੱਥੇ ਹੁਣ 92 ਤੁਹਾਨੂੰ ਮੇਰੀ ਗੱਲ ਮਾਫਕ ਆ ਰਹੀ ਹੈ, ਇਸ ਕਰਕੇ ਠੀਕ ਹੈ। ਚਲੋ ਠੀਕ ਹੈ। ਭੁੱਲਰ ਸਾਹਿਬ ਤੋਂ ਕਰੈਕਸ਼ਨ ਲਈ ਭੁੱਲਰ ਸਾਹਿਬ ਸਵਾਲ ਇੱਕ ਤੁਹਾਡੇ ਤੇ ਵੀ ਖੜਾ ਹੁੰਦਾ ਹੈ ਕਿ ਜਦੋਂ ਤੁਹਾਡੀ ਸਰਕਾਰ ਸੀ, ਜਿਵੇਂ ਇਹਨਾਂ ਨੇ ਕੋਟ ਕੀਤਾ ਹੈ ਕਿ 17/7/2020 ਨੂੰ, ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਮੈਂ ਇੱਥੇ ਡਿਬੇਟ ਵੀ ਕੀਤੀ ਸੀ, ਉੱਥੋਂ ਤੁਸੀਂ ਇਹ ਕਹਿ ਦਿੱਤਾ ਸੀਗਾ ਕਿ ਜੋ ਕੇਂਦਰ ਸਰਕਾਰ ਦੇ ਪੇ ਸਕੇਲ ਨੇ ਉਹੀ ਹੁਣ ਸੂਬਾ ਸਰਕਾਰ ਦੇ ਹੋਣਗੇ। ਬੜੇ ਸਾਰੇ ਲੋਕਾਂ ਨੇ ਕਿਹਾ ਸੀ, ਮੈਨੂੰ ਯਾਦ ਆ ਗਿਆ ਕਿ ਬਜ਼ੁਰਗ ਵੀ ਸੀਗੇ ਉਦੋਂ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦਾ ਪੇ ਸਕੇਲ ਬੜੇ ਸੰਘਰਸ਼ ਤੋਂ ਬਾਅਦ ਲਿਆ, ਬੜੀਆਂ ਲੜਾਈਆਂ ਲੜ ਕੇ ਪੇ ਸਕੇਲ ਪੰਜਾਬ ਦਾ ਖੜਾ ਕੀਤਾ ਸੀਗਾ, ਔਰ ਤੁਸੀਂ ਰਾਤੋਂ ਰਾਤ ਉਸ ਪੰਜਾਬ ਦੇ ਪੇ ਸਕੇਲ ਨੂੰ ਖਤਮ ਕਰਕੇ ਕੇਂਦਰੀ ਪੇ ਸਕੇਲ ਲਾਗੂ ਕਰਨ ਦੀ ਗੱਲ ਕੀਤੀ ਸੀ। ਤੇ ਅੱਜ ਸਾਡੇ ਚੰਡੀਗੜ੍ਹ ਦੇ ਵਿੱਚ ਜੇ ਲਾਗੂ ਹੋ ਰਹੀਆਂ ਉਹ ਚੀਜ਼ਾਂ, ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਬਹੁਤ ਮਾੜਾ ਕੰਮ ਹੋ ਗਿਆ। देखो हरप्रीत जी, पहला चंद्रू माजरा साहब ने भी एक गल आखी, देखो मैं ना किसी दे चिकट सटना है, ना किसी दे इत्थे मैं कूड़ दे टंके वजाउण नूं बैठा है। मैं एक गल जानदा है, मैं देखो मैं सिटको दी भी गल कीती, मैं बीएसएफ दी जुरिसडिक्शन दी भी गल कीती, मैं बीबीएमबीबी दी गल कीती। ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਇੱਕ ਗੱਲ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਜਦੋਂ ਮੈਂ ਇਸ ਤੋਂ ਪਹਿਲਾਂ ਬੋਲਿਆ, ਮੈਂ ਇੱਕ ਗੱਲ ਆਖੀ ਸੀ ਕਿ ਜਿਵੇਂ ਮੁਲਾਜ਼ਮਾਂ ਦੀ ਜੇ ਡਿਮਾਂਡ ਸੀਗੀ ਵੀ, ਜੇ ਉਹਨਾਂ ਦਾ ਤਕਾਜ਼ਾ ਸੀਗਾ ਵੀ, ਮੈਂ ਇੱਕ ਗੱਲ ਸਮਝਦਾ ਕਿ ਪੰਜਾਬ ਨੂੰ ਕੌਨਫੀਡੈਂਸ ਲੈਣਾ ਜ਼ਰੂਰੀ ਸੀ। ਮੁਲਾਜ਼ਮਾਂ ਦੀ ਡਿਮਾਂਡ ਹੋ ਸਕਦੀ ਹੈ, ਜੇ ਪੰਜਾਬ ਦੇ ਮੁਲਾਜ਼ਮਾਂ ਦੀ ਡਿਮਾਂਡ ਸੀ ਤਾਂ ਸਰਕਾਰ ਨੇ ਉਸ ਫੈਸਲੇ ਦਾ ਸਵਾਗਤ ਕੀਤਾ। ਇੱਥੇ ਆਮ ਆਦਮੀ ਪਾਰਟੀ ਦੀ ਮੈਂ ਵਾਰ-ਵਾਰ ਉਹਨਾਂ ਗੱਲਾਂ ਤੇ ਜਾਣਾ ਨਹੀਂ ਚਾਹੁੰਦਾ। ਦੇਖੋ ਪੰਜਾਬ ਦੀ ਨਹੀਂ ਸਿਰਫ ਗੱਲ, ਸੈਂਟਰ ਦੇ ਜਿੰਨੇ ਵੀ ਫੈਸਲੇ ਹੋਏ ਆ, ਜਿੰਨਾ ਵੀ ਸਟੇਟਸ ਦੇ, ਜੰਮੂ ਕਸ਼ਮੀਰ 'ਚ 370 ਇੰਪੋਜ਼ ਕੀਤਾ, ਸਭ ਤੋਂ ਪਹਿਲੇ ਲੀਡਰ ਪੂਰੇ ਭਾਰਤ ਦੇ, ਪੂਰੇ ਹਿੰਦੁਸਤਾਨ ਦੇ ਅਰਵਿੰਦ ਕੇਜਰੀਵਾਲ ਸੀ, ਉਹਦੀ ਖੁਸ਼ਾਮਦੀਦੀ ਕਰਨ ਵਾਲੇ। ਇਹਨਾਂ ਦੇ ਆਪ ਦੀ ਸਟੇਟ ਦੇ ਵਿੱਚ, ਐਨਸੀਟੀ ਦਿੱਲੀ ਦੇ ਵਿੱਚ, ਜਦੋਂ ਲੈਫਟੀਨੈਂਟ ਗਵਰਨਰ ਦੀਆਂ ਪਾਵਰਸ ਵਧਾਤੀਆਂ ਤਾਂ ਇਹਨਾਂ ਤੋਂ ਕੁਝ ਨਹੀਂ ਹੋਇਆ। ਅੱਜ ਪੰਜਾਬ ਦੇ ਉੱਤੇ ਜਿਹੜਾ ਇਹਨਾਂ ਨੇ ਇਹ ਜਿਹੜੇ ਆਪ ਇੰਡਲਜਡ ਹੈ ਪੂਰੇ ਉਸ ਕੰਮ ਦੇ ਵਿੱਚ ਇੰਡਲਜ ਹੈ। ਭੁੱਲਰ ਸਾਹਿਬ ਜਦੋਂ ਬੀਐਸਐਫ ਦੀ ਜੁਡੀਸ਼ੀਅਲ ਵਧਾਈ ਗਈ ਸੀ ਉਦੋਂ ਤੁਹਾਡੀ ਸਰਕਾਰ ਸੀ, ਤੁਸੀਂ ਕੀ ਕਰ ਲਿਆ ਉਦੋਂ ਤੁਸੀਂ ਕੀ ਕੀਤਾ? ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ, ਜਦੋਂ ਬੀਬੀਐਮਬੀ ਦਾ ਰਕਬਾ ਘਟਾਇਆ, ਉਦੋਂ ਵੀ ਤਾਂ ਤੁਹਾਡੀ ਸਰਕਾਰ ਸੀ। ਤੁਸੀਂ ਕਦੋਂ ਸਰਕਾਰ ਦੇ ਨਾਲ ਆ ਕੇ ਖੜੇ? ਜਿੰਨਾ ਵਿਰੋਧ ਕਾਂਗਰਸ ਨੇ ਕੀਤਾ ਉਦੋਂ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਸੀ। ਨਹੀਂ ਵਿਰੋਧ ਭੁੱਲਰ ਸਾਹਿਬ, ਚਰਨਜੀਤ ਸਿੰਘ ਚੰਨੀ ਜਾ ਕੇ ਅਮਿਤ ਸ਼ਾਹ ਨੂੰ ਮਿਲ ਕੇ ਆਏ, ਨਰਿੰਦਰ ਮੋਦੀ ਨੂੰ ਮਿਲ ਕੇ ਆਏ, ਹੋਇਆ ਕੀ ਫਿਰ? ਮੰਨਤ ਕੀਤੀ। ਮੈਨੂੰ ਇੱਕ ਗੱਲ ਦੱਸੋ। ਨਹੀਂ ਇਹ ਤਾਂ ਐਲੀਗੇਸ਼ਨ ਤੁਹਾਡੇ ਤੇ ਲੱਗਦੇ ਰਹੇ ਭੁੱਲਰ ਸਾਹਿਬ, ਐਲੀਗੇਸ਼ਨ ਭੁੱਲਰ ਸਾਹਿਬ ਇਹ ਲੱਗਦੇ ਰਹੇ ਕਿ ਚੰਨੀ ਸਾਹਿਬ ਤਾਂ ਕਹਿ ਕੇ ਆਏ ਕਿ ਬਾਰਡਰ ਤੇ ਸਿਕਿਉਰਿਟੀ ਵਧਾਓ, ਟਾਈਟ ਕਰੋ ਬਾਰਡਰ। ਉਹਨਾਂ ਨੇ ਬੀਐਸਐਫ ਦੀ ਜੁਡੀਸ਼ੀਅਲ ਵਧਾਤੀ। ਤੁਹਾਡੇ ਕਿਸੇ ਲੀਡਰ ਤੋਂ ਨਹੀਂ ਸਰੀ। ਚਲੋ ਆਪਾਂ ਮੇਰੇ ਕੋਲ ਸਮਾਂ ਘੱਟ ਹੈ। ਹਾਂਜੀ ਖਹਿਰਾ ਸਾਹਿਬ ਜਲਦੀ ਬੋਲੋ। ਮੈਂ ਆਪਣੇ ਬੀਜੇਪੀ ਦੇ ਜਿਹੜੇ ਬੁਲਾਰੇ ਉਹਨਾਂ ਤੋਂ ਇੱਕ ਗੱਲ ਪੁੱਛਣਾ ਚਾਹਨਾ। ਉਹ ਬਾਰ-ਬਾਰ ਇੱਕ ਗੱਲ ਕਰ ਰਹੇ ਆ ਕਿ ਅਸੀਂ ਮੁਲਾਜ਼ਮਾਂ ਦੀ ਮੰਗ ਸੀਗੀ, ਐਸੋਸੀਏਸ਼ਨਾਂ ਦੀ ਮੰਗ ਸੀ, ਉਹਨੂੰ ਮੰਨ ਲਿਆ ਗਿਆ। ਐਡੇ ਵੱਡੇ ਪੱਧਰ ਤੇ ਜਿਹੜਾ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਆ ਉਹਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਇੰਨੇ ਧਰਨੇ ਮੁਜ਼ਾਹਰੇ ਉਹਨਾਂ ਤੇ ਵੀ ਐਸਮਾ ਲਾ ਦਿੱਤਾ ਗਿਆ, ਉਹਨਾਂ ਦੇ ਵਿਰੁੱਧ ਵੀ ਕਈ ਕੇਸ ਜਿਹੜੇ ਖੋਲ ਦਿੱਤੇ ਗਏ। ਉਹਨਾਂ ਦੀ ਮੰਗ ਕਿਉਂ ਨਹੀਂ ਮੰਨੀ ਗਈ? ਇਹ ਮੰਗ ਮੰਨ ਲਈ ਗਈ, ਉਹ ਮੰਗ ਨਹੀਂ ਮੰਨੀ ਗਈ, ਉਹ ਵਿਚਾਰੇ ਕੋਰਟ ਚੋਂ ਸਟੇ ਲਿਆਏ। ਸੋ ਜੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਹੜੀ ਮੁਲਾਜ਼ਮਾਂ ਦੀ ਮੰਗ ਆ ਪੂਰੇ ਇੰਡੀਆ ਦੇ ਵਿੱਚ ਪੁਰਾਣੀ ਪੈਨਸ਼ਨ ਦੀ ਗੱਲ ਹੋ ਰਹੀ, ਉਹ ਅਜੇ ਤੱਕ ਕਿਉਂ ਨਹੀਂ ਮੰਨੀ ਗਈ? ਇੱਕ ਛੋਟਾ ਜਿਹਾ ਸਾਡਾ ਜਿਹੜਾ ਹੈਗਾ ਯੂਟੀ ਆ, ਉਹਦੀਆਂ ਮੰਗਾਂ ਬਹੁਤ ਜ਼ਿਆਦਾ ਜ਼ਰੂਰੀ ਸੀ, ਲੇਕਿਨ ਜਿਹੜੇ ਸਾਡੇ ਐਡਾ ਵੱਡਾ ਇੰਡੀਆ ਦੇ ਵਿੱਚ ਪੂਰੇ ਮੁਲਾਜ਼ਮ 50% 60% ਦੇ ਕਰੀਬ ਆ ਪੁਰਾਣੀ ਪੈਨਸ਼ਨ ਦੀ ਮੰਗ ਕਰੇ, ਉਹ ਮੰਨ ਲਓ। ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਕਿਉਂ ਪ੍ਰਾਈਵੇਟ ਕਰ ਰਹੇ ਹੋ? ਅੱਜ ਪੂਰੇ ਭਾਰਤ ਵਿੱਚ ਹੜਤਾਲ ਹੈਗੀ ਹੈ, 2 ਦਿਨ ਹੜਤਾਲ ਹੈਗੀ ਹੈ ਕੰਮਾਂ ਨੂੰ ਲੈ ਕੇ, ਪ੍ਰਾਈਵੇਟਾਈਜ਼ ਨੂੰ ਲੈ ਕੇ। ਉਹਨਾਂ ਦੀਆਂ ਮੰਗਾਂ ਨਹੀਂ ਦਿਖ ਰਹੀਆਂ ਸਰਕਾਰ ਨੂੰ। ਇਹ ਸਵਾਲ ਜੈਪਾਲ ਸਿੰਘ ਜੀ ਖੜਾ ਹੁੰਦਾ ਹੈ। ਕੇਂਦਰ ਸਰਕਾਰ ਤਾਂ ਬੜੇ ਸੌਖੇ ਤਰੀਕੇ ਨਾਲ ਇਹ ਕਹਿ ਕੇ ਆਪਣਾ ਪੱਲਾ ਝਾੜ ਗਈ, ਮੁਲਾਜ਼ਮਾਂ ਦੀ ਇਹ ਡਿਮਾਂਡ ਸੀ, ਮੁਲਾਜ਼ਮਾਂ ਦੀ ਮੰਗ ਸੀ, ਉਸ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ। ਪਰ ਜਿਹੜੀ ਗੱਲ ਅਧਿਕਾਰ ਖੇਤਰਾਂ ਦੀ ਆਉਂਦੀ ਹੈ, ਜਿਹੜੀ ਗੱਲ ਕਾਨੂੰਨ ਦੀ ਸੰਵਿਧਾਨ ਦੀ ਆਉਂਦੀ ਹੈ, ਉਹਦੇ ਤੇ ਹਾਲੇ ਤੱਕ ਕੋਈ ਰਿਐਕਸ਼ਨ ਨਹੀਂ ਆਣਾ। ਇਹ ਸਾਬਤ ਕਰਦਾ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ। ਇਹ ਵੱਖ-ਵੱਖ ਵਿਰੋਧੀ ਪਾਰਟੀਆਂ ਇਦਾਂ ਦੇ ਐਲੀਗੇਸ਼ਨ ਲਾਉਂਦੀਆਂ ਨੇ। ਹੁਣ ਅੱਗੇ ਇਸ ਮਸਲੇ ਤੇ ਕੀ ਹੋਏਗਾ, ਇੱਥੇ ਨਜ਼ਰ ਬਣੀ ਰਹੇਗੀ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ।